We live in a time when Lord Jesus his coming is very near. ਅਸੀਂ ਉਸ ਸਮੇਂ 'ਚ ਰਹਿ ਰਹੇ ਹਾਂ ਜਿੰਦੇ ਜੇ ਪ੍ਰਭੂ ਯਿਸੂ ਮਸੀਹ ਦਾ ਆਣਾ ਬਹੁਤ ਨਜ਼ਦੀਕ ਹੈ। And it's a time, as the Bible says, it's a time when there is a great falling away. ਤੇ ਐਸਾ ਸਮੇਂ ਹੈਗਾ ਜਦੋਂ ਕਿ ਲੋਕਾਂ ਵਿੱਚ ਬਹੁਤ ਗਿਰਾਵਟ ਆ ਰਹੀ ਹੈ। And it's a time when integrity means nothing. ਜਿੰਦੇ ਵਿੱਚ ਜਿਹੜੀ ਠੀਕ ਗੱਲ ਸੋਚਣਾ ਹੈਗਾ ਉਹਦਾ ਕੋਈ ਮਤਲਬ ਨਹੀਂ ਹੈ। It's hard to tell the difference between people of integrity and people without integrity. ਬਹੁਤ ਮੁਸ਼ਕਿਲ ਹੈ ਦੱਸਣਾ ਕਿ ਕਿਹੜੇ ਲੋਕ ਸਹੀ ਸੋਚਦੇ ਨੇ ਤੇ ਕਿਹੜੇ ਲੋਕ ਨਹੀਂ ਸੋਚਦੇ। Presidents, leaders, military generals, teachers, evangelists are falling in many areas of their lives. ਹਰ ਖੇਤਰ ਵਿੱਚ ਭਾਵੇਂ ਕੋਈ ਅਧਿਆਪਕ ਨੇ, ਭਾਵੇਂ ਟੀਚਰ ਨੇ, ਭਾਵੇਂ ਪੋਲੀਟੀਸ਼ੀਅਨ ਹੈਗੇ ਨੇ, ਸਾਰਿਆਂ ਦੇ ਜੀਵਨ ਵਿੱਚ ਗਿਰਾਵਟ ਆ ਰਹੀ ਹੈ। And we excuse saying that we are only human. ਤੇ ਅਸੀਂ ਸਿਰਫ ਇਹੋ ਆਪਣਾ ਦਿੰਦੇ ਹਾਂ ਐਕਸਕਿਊਜ਼ ਕਿ ਅਸੀਂ ਤਾਂ ਇਨਸਾਨ ਹੈਗੇ ਹਾਂ। Integrity doesn't mean you have to be perfect. ਠੀਕ ਸੋਚਣਾ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਹਰ ਚੀਜ਼ ਸੰਪੂਰਨ ਹੈਗੇ ਹੋ। But it implies that when you do wrong, that you repent for it genuinely. ਪਰ ਉਹਦਾ ਮਤਲਬ ਹੈਗਾ ਕਿ ਜਦੋਂ ਤੁਸੀਂ ਬੁਰਾ ਕਰਦੇ ਹੋ ਤੇ ਤੁਸੀਂ ਸੱਚੇ ਦਿਲ ਨਾਲ ਉਹਦਾ ਪਛਤਾਵਾ ਕਰਦੇ ਹੋ। When the Great Wall of China was built, ਜਦੋਂ ਚੀਨ ਦੀ ਵੱਡੀ ਦੀਵਾਰ ਬਣਾਈ ਗਈ, you know the Great Wall of China is longer than the entire coast of India. ਤੇ ਕਿਉਂਕਿ ਉਹ ਜਿਹੜੀ ਦੀਵਾਰ ਹੈਗੀ ਹੈ ਉਹ ਹਿੰਦੁਸਤਾਨ ਦਾ ਕੋਸਟਲ ਏਰੀਆ ਹੈਗਾ, ਉਹਦੇ ਪੂਰੀ ਲੰਬਾਈ ਤੋਂ ਜ਼ਿਆਦਾ ਲੰਬੀ ਹੈ। It was made with lot of money, lot of investment of and labor. ਉੱਥੇ ਬਹੁਤ ਜ਼ਿਆਦਾ ਪੈਸਾ ਲੱਗਿਆ ਤੇ ਬਹੁਤ ਜ਼ਿਆਦਾ ਲੇਬਰ ਲੱਗੀ। When it was finished, ਜਦੋਂ ਖਤਮ ਹੋਈ it appeared formidable. It could not be breached. ਤੇ ਉਹ ਐਸੀ ਦੀਵਾਰ ਬਣੀ ਜਿੰਦੇ ਵਿੱਚ ਕਿ ਤੁਸੀਂ ਆਪਣਾ ਜਗ੍ਹਾ ਨਹੀਂ ਬਣਾ ਸਕਦੇ। But the enemy breached it. ਪਰ ਦੁਸ਼ਮਣ ਨੇ ਉਹ ਵੀ ਉਹਦੇ ਵਿੱਚ ਜਗ੍ਹਾ ਬਣਾ ਲਈ। Not by breaking it down. ਉਹਨੂੰ ਤੋੜਿਆ ਤਾਂ ਨਹੀਂ, Not by going around it. ਉਹਦੇ ਦੂਜੇ ਪਾਸੇ ਵੀ ਨਹੀਂ ਗਿਆ। They did it by bribing the gatekeepers. ਪਰ ਉਹਨਾਂ ਨੇ ਜਿਹੜੇ ਆਪਣਾ ਗੇਟਕੀਪਰ ਸੀਗੇ ਉਹਨਾਂ ਨੂੰ ਰਿਸ਼ਵਤ ਦੇ ਕੇ ਆਪਣਾ ਕੰਮ ਕੀਤਾ। The gates of hell will not prevail against the church. ਤੇ ਜਿਹੜੇ ਆਪਣਾ ਨਰਕ ਹੈਗੇ ਨੇ ਉਹਦੇ ਦਰਵਾਜ਼ੇ ਜਿਹੜੇ ਹੈਗੇ ਨੇ ਉਹ ਕਲੀਸਿਆ ਦੇ ਖਿਲਾਫ ਨਹੀਂ ਹੋ ਸਕਦੇ। But if Christians are not people of integrity, the church can be breached. ਪਰ ਜੇ ਮਸੀਹ ਲੋਕ ਵਿਸ਼ਵਾਸਯੋਗ ਨਹੀਂ ਹੈਗੇ ਤੇ ਉਹੀ ਫਿਰ ਕਲੀਸਿਆ ਦੇ ਨਾਲ ਹੋਏਗਾ। Today's message is going to be about how being a Christian, being a person of integrity is of foremost importance. ਅੱਜ ਅਸੀਂ ਦੇਖਾਂਗੇ ਕਿ ਜੇ ਮਸੀਹ ਇਨਸਾਨ ਜਿਹੜਾ ਹੈਗਾ ਉਹਦਾ ਵਿਸ਼ਵਾਸਯੋਗ ਹੋਣਾ ਕਿੰਨਾ ਜ਼ਰੂਰੀ ਹੈ। Everything God instructed Moses when making the tabernacle, when making the instruments of tabernacle, it was to be covered with gold. ਜਦੋਂ ਪਰਮੇਸ਼ਵਰ ਨੇ ਮੂਸਾ ਨੂੰ ਮੰਦਿਰ ਬਣਾਉਣ ਦਾ ਕਿਹਾ ਤੇ ਉਹਨੇ ਕਿਹਾ ਵੀ ਹਰ ਚੀਜ਼ ਜਿਹੜੀ ਹੈਗੀ ਹੈ ਉਹ ਸੋਨੇ ਦੇ ਨਾਲ ਢੱਕੀ ਹੋਣੀ ਚਾਹੀਦੀ ਹੈ। Gold is the roads in the New Jerusalem is also made of gold. ਵਚਨ ਕਹਿੰਦਾ ਹੈ ਕਿ ਨਵੇਂ ਯਰੂਸ਼ਲਮ ਦੀ ਸੜਕਾਂ ਵੀ ਜਿਹੜੀ ਹੈਗੀਆਂ ਨੇ ਉਹ ਸੋਨੇ ਦੀਆਂ ਹੋਣਗੀਆਂ। Gold is very precious. ਜਿਹੜਾ ਸੋਨਾ ਹੈਗਾ ਬੜਾ ਹੀ ਮਹਿੰਗਾ ਹੁੰਦਾ ਹੈ। But the Bible says there is something more precious than gold. ਪਰ ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਸੋਨੇ ਤੋਂ ਵੀ ਬਹੁਮੁੱਲੇ ਕੋਈ ਚੀਜ਼ ਹੈਗੀ ਹੈ। 1 Peter 1:7 the Bible says, ਪਹਿਲਾ ਪਤਰਸ 1:7 ਕਹਿੰਦਾ ਹੈ the trial of your faith being much more precious than the gold that perisheth. तुम्हारा परखा हुआ विश्वास जो आग में ताए हुए नाशवान सोने से भी कहीं अधिक बहुमूल्य है। But to God your trial of your faith is more precious than gold. ਪਰਮੇਸ਼ਰ ਵਾਸਤੇ ਜਦੋਂ ਅਸੀਂ ਪਰਖੇ ਜਾਂਦੇ ਹਾਂ ਉਹ ਸਾਡਾ ਪਰਖੇ ਜਾਣਾ ਵੀ ਸੋਨੇ ਤੋਂ ਮਹਿੰਗਾ ਹੈ। It is not wrong to say that the trials will test the Christian's faith. ਇਹ ਕਹਿਣਾ ਆਪਣਾ ਗਲਤ ਨਹੀਂ ਹੋਏਗਾ ਕਿ ਜਿਹੜੇ ਆਪਣਾ ਮੁਸੀਬਤਾਂ ਹੈਗੀਆਂ ਨੇ ਉਹ ਸਾਡੇ ਵਿਸ਼ਵਾਸ ਨੂੰ ਪਰਖਦੀਆਂ ਨੇ। Without trials, your and my faith is untested, unproven. ਜੇ ਅਸੀਂ ਮੁਸ਼ਕਿਲਾਂ ਨਹੀਂ ਪੈਂਦੇ ਤੇ ਤੁਹਾਡਾ ਤਾਂ ਮੇਰਾ ਵਿਸ਼ਵਾਸ ਉਹ ਹੈਗਾ ਜਿੰਦਾ ਕੋਈ ਨਿਰੀਖਣ ਨਹੀਂ ਹੋਇਆ। In the Bible there were many people who were tested. ਪਰਮੇਸ਼ਵਰ ਦੀ ਵਚਨ ਹੀ ਬਹੁਤ ਸਾਰੇ ਲੋਕ ਐਸੇ ਹੈਗੇ ਨੇ ਜਿਨ੍ਹਾਂ ਨੂੰ ਪਰਖਿਆ ਗਿਆ। Some passed, some failed. ਕੁਛ ਨੇ ਤਰੱਕੀ ਉਹਦੇ ਜੋ ਸਹੀ ਨਿਕਲੇ, ਕੁਛ ਫੇਲ ਹੋ ਗਏ। Today's message is from the life of
Joseph. ਅੱਜ ਦਾ ਜਿਹੜਾ ਸੰਦੇਸ਼ ਹੈ ਉਹ ਯੂਸੁਫ ਦੇ ਜੀਵਨ ਦੇ ਬਾਰੇ ਹੈਗਾ। We are going to see how Joseph's life is a blueprint of a believer's life. ਅਸੀਂ ਦੇਖਾਂਗੇ ਕਿਵੇਂ ਜਿਹੜਾ ਯੂਸੁਫ ਦਾ ਜੀਵਨ ਸੀਗਾ ਉਹਦੇ ਨਾਲ ਇੱਕ ਮਸੀਹ ਆਪਣੇ ਜੀਵਨ ਨੂੰ ਮਿਲਾ ਸਕਦਾ ਹੈ। The title of today's message is Joseph, an exemplary life. ਅੱਜ ਦਾ ਜਿਹੜਾ ਸ਼ੀਰਸ਼ਕ ਹੈਗਾ ਯੂਸੁਫ ਜਿੰਦੇ ਜੀਵਨ ਤੋਂ ਅਸੀਂ ਸਿੱਖ ਸਕਦੇ ਹਾਂ। You may be familiar with the story of Joseph. ਤੁਸੀਂ ਉਹਦੇ ਜੀਵਨ ਤੋਂ ਭਲੀ ਭਾਂਤੀ ਆਪਣਾ ਜਾਣਦੇ ਹੋ। Genesis 37 to Genesis 50 covers the life of Joseph. ਉਤਪੱਤੀ 37 ਤੋਂ 50 ਤੱਕ ਉਹਦੇ ਜੀਵਨ ਦੀ ਪੂਰੀ ਆਪਣਾ ਦੇ ਬਾਰੇ ਦੱਸਦਾ ਹੈ। But today we are going to take a fresh look at an old story. ਪਰ ਅੱਜ ਇਸ ਜੇ ਪੁਰਾਣੀ ਕਥਾ ਹੈਗੀ ਹੈ ਉਹਨੂੰ ਇੱਕ ਨਵੇਂ ਦ੍ਰਿਸ਼ਟੀਕੋਣ ਨਾਲ ਦੇਖਾਂਗੇ। There are 3 senior public servants in the Bible. ਪਰਮੇਸ਼ਵਰ ਦੇ ਵਚਨ ਵਿੱਚ 3 ਪ੍ਰਾਚੀਨ ਲੋਕ ਹੈਗੇ ਨੇ, Nehemiah, Daniel and Joseph. ਨehemiah, ਦਾਨੀਅਲ ਤੇ ਯੂਸੁਫ। All 3 attained the highest positions in a public service in a foreign country. ਇਹ ਤਿੰਨਾਂ ਲੋਕਾਂ ਨੇ ਇੱਕ ਦੂਸਰੇ ਦੇਸ਼ ਵਿੱਚ ਸਭ ਤੋਂ ਉੱਚਾ ਜਿਹੜਾ ਅਹੁਦਾ ਹੈਗਾ ਉਹਨਾਂ ਨੇ ਰਿਸੀਵ ਕੀਤਾ। All 3 showed that you can be successful without compromising your faith and integrity. ਇਹ ਤਿੰਨਾਂ ਨੇ ਇਹ ਜੀ ਸਾਬਤ ਕੀਤੀ ਕਿ ਤੁਸੀਂ ਆਪਣੇ ਵਿਸ਼ਵਾਸ ਨੂੰ ਬਿਨਾਂ ਬਦਲੇ ਹੋਏ ਉੱਚੀ ਜਗ੍ਹਾ ਤੇ ਪਹੁੰਚ ਸਕਦੇ ਹੋ। Today's world, not all Christians are full-time servants. ਅੱਜ ਕੱਲ੍ਹ ਦੇ ਸਮੇਂ ਵਿੱਚ ਸਾਰੇ ਜਿਹੜੇ ਪ੍ਰਚਾਰਕ ਹੈਗੇ ਨੇ ਉਹ ਬਣਾ ਦੂਸਰੇ ਕੰਮ ਵੀ ਕਰਦੇ ਹੈਗੇ ਨੇ। This message is to encourage you that you can be in a secular work and still demonstrate faith and integrity. ਇਹ ਅੱਜ ਦਾ ਸੰਦੇਸ਼ ਤੁਹਾਨੂੰ ਦੱਸ ਸਕਦਾ ਹੈ ਕਿ ਤੁਸੀਂ ਦੁਨਿਆਵੀ ਕੰਮ ਕਰਦੇ ਹੋਏ ਵੀ ਵਿਸ਼ਵਾਸਯੋਗ ਹੋ ਕੇ ਪਰਮੇਸ਼ਵਰ ਦੇ ਕੰਮ ਨੂੰ ਕਰ ਸਕਦੇ ਹੋ। Nehemiah's life, we saw how God rebuilt a community. ਨehemiah ਦੇ ਜੀਵਨ ਦਾ ਪਤਾ ਲੱਗਦਾ ਹੈਗਾ ਕਿਵੇਂ ਪਰਮੇਸ਼ਵਰ ਨੇ ਉਹਦੇ ਦੁਆਰਾ ਇੱਕ ਨਵਾਂ ਸਮਾਜ ਦੀ ਸਥਾਪਨਾ ਕੀਤੀ। Daniel's life, 4 kings were given wisdom through Daniel. ਤੇ ਦਾਨੀਅਲ ਦੇ ਜੀਵਨ ਵਿੱਚ 4 ਰਾਜਾ ਨੇ ਉਹਦੇ ਬੁੱਧੀ ਤੋਂ ਫਾਇਦਾ ਲਿਆ। Joseph is, if there is a perfect character in the Bible, it is Joseph. ਜੇ ਆਪਾਂ ਦੇਖੀਏ ਪਰਮੇਸ਼ਰ ਦੇ ਵਚਨ ਵਿੱਚ ਕੋਈ ਐਸਾ ਸ਼ਖਸ ਹੈਗਾ ਜਿਹਨੇ ਕੋਈ ਗਲਤੀ ਨਹੀਂ ਕੀਤੀ ਉਹ ਯੂਸੁਫ ਹੈਗਾ। We are going to study the life of Joseph in 3 parts. ਅਸੀਂ ਉਹਦੇ ਜੀਵਨ ਦੇ ਬਾਰੇ 3 ਹਿੱਸੇ ਦੇਖਾਂਗੇ। Before the trial, during the trial, after the trial. ਪ੍ਰੀਖਿਆ ਤੋਂ ਪਹਿਲੇ, ਪ੍ਰੀਖਿਆ ਦੇ ਦੌਰਾਨ ਤੇ ਪ੍ਰੀਖਿਆ ਤੋਂ ਬਾਅਦ। Keep 1 Peter 1:7 in your mind. The trials, your trials are very precious in God's sight. It is more valuable than gold. ਇਹ ਸਾਰੇ ਸੰਦੇਸ਼ ਦੇ ਦੌਰਾਨ ਤੁਸੀਂ ਪਹਿਲਾ ਪਤਰਸ 1:7 ਯਾਦ ਰੱਖੋ ਕਿ ਜਦੋਂ ਅਸੀਂ ਪਰਖੇ ਜਾਂਦੇ ਹਾਂ ਤੇ ਪਰਮੇਸ਼ਵਰ ਨਿਗਾਹ ਵਿੱਚ ਅਸੀਂ ਸੋਨੇ ਵਰਗੇ ਬਹੁਮੁੱਲੇ ਹੁੰਦੇ ਹਾਂ। I want to bring out the fact that trials shape a Christian. ਮੈਂ ਤੁਹਾਨੂੰ ਇੱਕ ਸੱਚਾਈ ਦੱਸਣਾ ਚਾਹੁੰਦਾ ਕਿ ਮਸੀਹ ਦੀ ਨੂੰ ਬਣਨ ਵਾਸਤੇ ਮੁਸ਼ਕਲਾਂ ਜ਼ਰੂਰੀ ਨੇ। In these days of prosperity preaching, easy Christianity preaching, this is a very much overlooked fact. ਅੱਜ ਕੱਲ੍ਹ ਜਦੋਂ ਕਿ ਅਲੱਗ ਤਰ੍ਹਾਂ ਦੇ ਪ੍ਰਚਾਰ ਚੱਲ ਰਹੇ ਨੇ ਪ੍ਰੋਸਪੈਰਿਟੀ ਦੇ ਬਾਰੇ ਤੇ ਇਹ ਜਿਹੜੀ ਸੋਚ ਹੈਗੀ ਏ ਉਹਨਾਂ ਨਾਲ ਮੇਲ ਨਹੀਂ ਖਾਂਦੀ। Everyone is looking for material success. ਹਰ ਬੰਦਾ ਸਮਾਜ ਦੁਨਿਆਵੀ ਚੀਜ਼ਾਂ ਦੇ ਪਿੱਛੇ ਦੌੜ ਰਿਹਾ ਹੈ। We want to compete with the worldly success. ਅਸੀਂ ਸੰਸਾਰਿਕ ਕਾਮਯਾਬੀ ਦੇ ਬਰਾਬਰ ਹੋਣਾ ਚਾਹੁੰਦੇ ਹਾਂ। No one wants trials. ਕੋਈ ਨਹੀਂ ਚਾਹੁੰਦਾ ਕਿ ਮੁਸੀਬਤ ਵਿੱਚ ਪਵੇ। Joseph is a great example. ਯੂਸੁਫ ਇੱਕ ਉਦਾਹਰਣ ਹੈ। It's a pattern of a Christian. ਇਹ ਇੱਕ ਮਸੀਹ ਦੇ ਜੀਵਨ ਦੀ ਇੱਕ ਰੂਪ ਰੇਖਾ ਦੇਖ ਸਕਦੇ ਹਾਂ। Whatever condition you are in, ਜੋ ਵੀ ਤੁਹਾਡੇ ਹਾਲਾਤ ਹੋਣ God will give you trials ਪਰਮੇਸ਼ਵਰ ਤੁਹਾਨੂੰ ਪ੍ਰੀਖਿਆ ਦੇਗਾ to change you, ਤੁਹਾਨੂੰ ਬਦਲਣ ਵਾਸਤੇ, to make you fit into His plan. ਤੁਹਾਨੂੰ ਉਹ ਤਿਆਰ ਕਰੇ ਕਿ ਉਹ ਤੁਸੀਂ ਉਹਦੀ ਯੋਜਨਾ ਦਾ ਇੱਕ ਹਿੱਸਾ ਬਣ ਸਕੋ। We should stop to culturally being brainwashed that only we ask God for blessing, answered prayers, but we should also look at what He wants to do in our lives. ਅਸੀਂ ਨਾ ਸਿਰਫ ਪਰਮੇਸ਼ਵਰ ਨੂੰ ਆਸ਼ੀਸ਼ਾਂ ਦੇ ਪਿੱਛੇ ਦੌੜੀਏ ਪਰ ਜੋ ਪਰਮੇਸ਼ਵਰ ਸਾਡੇ ਜੀਵਨ 'ਚ ਜੋ ਵੀ ਲੈ ਕੇ ਆਂਦਾ ਹੈਗਾ
ਅਸੀਂ ਉਹਦੇ ਆ ਦ੍ਰਿੜਤਾ ਨਾਲ ਸਾਹਮਣਾ ਕਰੀਏ। As we go through the message today, let us analyze our lives. ਜਿਵੇਂ ਅਸੀਂ ਅੱਜ ਦਾ ਸੰਦੇਸ਼ ਸੁਣਨੇ ਹੈਗੇ ਆ, ਅਸੀਂ ਆਪਣੇ ਆਪਣੇ ਜੀਵਨ ਨੂੰ ਪਰਖੀਏ। So let's get into it. ਅੱਗੇ ਦੇਖਦੇ ਆ। Before trials, number 1, ਪ੍ਰੀਖਿਆ ਤੋਂ ਪਹਿਲੇ ਇੱਕ, Joseph was the son of Jacob and Rachel. ਯੂਸੁਫ ਜਿਹੜਾ ਸੀਗਾ ਜੇਕਬ ਤੇ ਰੇਚਲ ਦਾ ਬੇਟਾ ਸੀਗਾ। Jacob loved Rachel more than Leah. ਜੇਕਬ ਜਿਹੜਾ ਸੀਗਾ ਉਹ ਰੇਚਲ ਨੂੰ ਦੂਸਰੀ ਪਤਨੀ ਲੀਆ ਤੋਂ ਜ਼ਿਆਦਾ ਪ੍ਰੇਮ ਕਰਦਾ ਸੀ। Being a son of his old age, he loved him more than the other sons. ਕਿਉਂਕਿ ਯੂਸੁਫ ਜੇਕਬ ਦੀ ਪਿਛਲੀ ਉਮਰ ਦਾ ਸੰਤਾਨ ਸੀ, ਇਸ ਕਰਕੇ ਉਹਦੇ ਨਾਲ ਜ਼ਿਆਦਾ ਪ੍ਰੇਮ ਕਰਦਾ ਸੀ। Added to all this, ਇਹ ਸਾਰਿਆਂ ਨੂੰ ਜੋੜਦੇ ਹੋਏ Joseph was his mini secret agent to Jacob. Joseph was mini secret agent to Jacob. ਯੂਸੁਫ ਜਿਹੜਾ ਸੀਗਾ ਉਹ ਇੱਕ ਤਰ੍ਹਾਂ ਦਾ ਉਹਦਾ ਧਿਆਨ ਰੱਖਣ ਵਾਲਾ ਬੰਦਾ ਸੀ। No, secret agent. ਸੀਕ੍ਰੇਟ ਏਜੰਟ ਸੀ। Joseph would bring the report of his brothers to his father. ਯੂਸੁਫ ਜਿਹੜਾ ਸੀਗਾ ਆਪਣੇ ਭਰਾਵਾਂ ਦੀ ਗੱਲਾਂ ਨੂੰ ਆਪਣੇ ਪਿਓ ਕੋਲ ਲੈ ਕੇ ਆਂਦਾ ਸੀ। You know, when brothers or sisters snitch, they are very unpopular. ਤੇ ਜਦੋਂ ਇਹ ਭੈਣ ਭਰਾ ਆਪਸ ਵਿੱਚ ਦੂਜੇ ਦੇ ਖਿਲਾਫ ਕਰਦੇ ਨੇ ਤੇ ਉਹ ਆਪਣਾ ਥੋੜੇ ਆਪਣਾ ਅਲੱਗ ਹੋ ਜਾਂਦੇ ਨੇ। Genesis 37:2. ਉਤਪੱਤੀ 37 ਦਾ 2। These are the generations of Jacob. Joseph, being 17 years old, was feeding the flock with his brethren, and the lad was with the sons of Bilhah and the sons of Zilpah, his father's wives, and Joseph brought unto his father their evil report. और याकूब के वंश का वृत्तांत ये है कि यूसुफ 70 वर्ष का होकर भाइयों के संग भेड़ बकरियां को चराता था, और वह लड़का अपने पिता की पत्नी बिल्ला और जिल्पा के पुत्रों के संग रहा करता था, और उनकी बुराइयों का समाचार अपने पिता के पास पहुंचाया करता था। Dutifully he used to report on their evil deeds. ਉਹ ਉਹਨਾਂ ਦੀ ਜਿਹੜੀ ਬੁਰਾਈ ਹੈਗੀ ਏ ਉਹ ਆਪਣੇ ਪਿਓ ਤੱਕ ਲੈ ਕੇ ਜਾਂਦਾ So ਸੀ। Jacob was very happy. ਤੇ ਜੇਕਬ ਖੁਸ਼ ਸੀ ਉਹਦੇ ਤੋਂ। He is my good son. ਉਹ ਕਹਿੰਦਾ ਹੈ ਮੇਰਾ ਅੱਛਾ ਬੇਟਾ ਹੈਗਾ। So gave him a coat of multicolored coat. ਤੇ ਉਹਨੇ ਐਸਾ ਕੋਟ ਦਿੱਤਾ ਜਿਹੜਾ ਕਈ ਰੰਗਾਂ ਦਾ ਸੀ। So everywhere Joseph went, he'll wear that coat. ਤੇ ਜਿੱਥੇ ਵੀ ਯੂਸੁਫ ਜਾਂਦਾ ਸੀ ਉਹ ਕੋਟ ਪਾਉਂਦਾ ਸੀ। I'm pretty sure the other brothers were very upset with him. ਮੇਰਾ ਮੰਨਣਾ ਹੈਗਾ ਕਿ ਜਿਹੜੇ ਦੂਸਰੇ ਭੈਣ ਭਰਾ ਸੀਗੇ ਉਹਦੇ ਤੋਂ ਈਰਸ਼ਾ ਕਰਦੇ ਸੀ। See, you must understand the mentality of those days. ਆਪਾਂ ਨੂੰ ਉਸ ਸਮੇਂ ਦੀ ਲੋਕਾਂ ਦੀ ਕੀ ਸੋਚ ਸੀਗੀ ਉਹਨੂੰ ਜਾਣਨਾ ਜ਼ਰੂਰੀ ਹੈ। If a son is favored, ਅਗਰ ਇੱਕ ਬੇਟੇ ਦੀ ਖਾਸ ਪਹੁੰਚ ਹੁੰਦੀ ਹੈ there is a big possibility that all the property will be blessed on that son. ਤੇ ਇਹ ਸੋਚ ਹੈਗੀ ਹੈ ਕਿ ਉਹਦੇ ਪਿਤਾ ਦੀ ਜੋ ਵੀ ਕੋਈ ਸਰਮਾਇਆ ਹੋਏਗਾ ਉਹ ਉਸ ਬੇਟੇ ਨੂੰ ਜਾਏਗਾ। That is why these guys were planning to get rid of this guy. ਇਸ ਕਰਕੇ ਦੂਸਰੇ ਜਿਹੜੇ ਭਰਾ ਸੀਗੇ ਉਹਦੇ ਤੋਂ ਛੁਟਕਾਰਾ ਪਾਣਾ ਚਾਹੁੰਦੇ ਸੀ। The final nail in the coffin was the dream Joseph got. ਜਿਹੜਾ ਆਖਰੀ ਆਪਣਾ ਮੌਕਾ ਬਣਿਆ ਉਹ ਜਦੋਂ ਯੂਸਫ ਨੂੰ ਸੁਪਨ ਆਇਆ। He dreamed that his brothers, father, mother will bow down to him. ਉਹਨੇ ਸੁਪਨ ਹੀ ਦੇਖਿਆ ਕਿ ਉਹਦੇ ਸਾਰੇ ਭੈਣ ਭਰਾ ਤੇ ਮਾਤਾ ਪਿਤਾ ਉਹਦੇ ਅੱਗੇ ਨਤਮਸਤਕ ਨੇ। They said, if we keep quiet, this fellow will take away everything what we have. ਤੇ ਬਾਕੀਆਂ ਨੇ ਸੋਚਿਆ ਕਿ ਜੇ ਅਸੀਂ ਚੁੱਪ ਰਵਾਂਗੇ ਤੇ ਸਾਡਾ ਜੋ ਕੁਝ ਹੈਗਾ ਉਹ ਯੂਸਫ ਲੈ ਲੇਗਾ। You see, at this stage of Joseph's life, ਯੂਸਫ ਦੇ ਜੀਵਨ ਦੇ ਇਸ ਸਮੇਂ ਵਿੱਚ 17 years old, 17 ਸਾਲ ਦਾ, the only thing going for him was he was the son of Jacob, son of Israel. ਸਾਰਿਆਂ ਨੂੰ ਇੱਕੋ ਗੱਲ ਜਾਣਦੇ ਸੀ ਕਿ ਉਹ ਇਜ਼ਰਾਈਲ ਦਾ ਬੇਟਾ ਹੈਗਾ। Every Christian is like that. ਹਰ ਮਸੀਹ ਉਸ ਤਰ੍ਹਾਂ ਹੈਗਾ। When we receive the Lord Jesus Christ as our Savior, we get the title a Christian. ਜਦੋਂ ਅਸੀਂ ਪ੍ਰਭੂ ਯੀਸ਼ੂ ਮਸੀਹ ਨੂੰ ਆਪਣੇ ਜੀਵਨ ਗ੍ਰਹਿਣ ਕਰਨੇ ਆ ਤੇ ਸਾਨੂੰ ਵੀ ਸ਼ੀਰਸ਼ਕ ਮਿਲਦਾ ਹੈ ਕਿ ਅਸੀਂ ਮਸੀਹ ਹੈਗੇ ਆ। Some things have become new, ਕਈ ਚੀਜ਼ਾਂ ਨਵੀਆਂ ਹੋ ਗਈਆਂ but some things are still in the process of becoming new. ਪਰ ਕਈ ਚੀਜ਼ਾਂ ਅਜੇ ਵੀ ਨਵੇਂ ਹੋਣ ਦੇ ਰਸਤੇ 'ਚ ਹੈਗੀਆਂ ਨੇ। Like the dream that Joseph had was the plan what God had for him in his life. ਜਿਵੇਂ ਯੂਸੁਫ ਨੂੰ ਜਿਹੜਾ ਸੁਪਨ ਆਇਆ ਉਹ ਪਰਮੇਸ਼ਵਰ ਦੀ ਯੋਜਨਾ ਭਵਿੱਖ ਵਿੱਚ ਉਹਦੇ ਵਾਸਤੇ ਸੀ। God has a plan for every one of us. ਪਰਮੇਸ਼ਵਰ ਦੀ ਯੋਜਨਾ ਸਾਡੇ ਹਰ ਕਿਸੇ ਵਾਸਤੇ ਹੈਗੀ The ਹੈ। Lord Holy Spirit knows this plan. ਪਵਿੱਤਰ ਆਤਮਾ ਜੀ ਇਸ ਯੋਜਨਾ ਨੂੰ ਜਾਣਦੇ ਨੇ। He will work with us, He will mold us,
He will make us fit into that plan. ਉਹ ਸਾਨੂੰ ਤਿਆਰ ਕਰਨਗੇ, ਸਾਡੇ ਬਦਲਾਵ ਲੈ ਕੇ ਆਣਗੇ ਤਾਂ ਕਿ ਅਸੀਂ ਪਰਮੇਸ਼ਵਰ ਦੀ ਉਸ ਯੋਜਨਾ ਨੂੰ ਪੂਰੇ ਕਰਨ ਲਈ ਸਮਰਥ ਹੋਈਏ। This is what happened to Joseph. ਜੋਸਫ ਨਾਲ ਵੀ ਇਹੀ ਹੋਇਆ। Joseph at this stage is very self-absorbent, very self-absorbed and arrogant. ਇਸ ਮੌਕੇ ਤੇ ਯੂਸੁਫ ਜਿਹੜਾ ਸੀਗਾ ਉਹ ਆਪਣੇ ਆਪ ਨੂੰ ਇੱਕ ਬਹੁਤ ਅੱਛਾ ਸਮਝਦਾ ਸੀ। Because the first thing the brothers did when they caught hold of him was to strip him of his multiple colored garment. ਕਿਉਂਕਿ ਉਹਦੇ ਭਰਾਵਾਂ ਨੇ ਪਹਿਲਾ ਜਿਹੜਾ ਕੰਮ ਕੀਤਾ, ਜਦੋਂ ਉਹਨੂੰ ਮਾਰਨਾ ਚਾਹਿਆ ਉਹਦਾ 7 ਰੰਗੀ ਕੋਟ ਉਹਦੇ ਤੋਂ ਲੈ ਲਿਆ। He was proud, of course, of being the favored son. ਕਿਉਂਕਿ ਉਹ ਆਪਣੇ ਬਾਪ ਦਾ ਬੜਾ ਚਾਹਤਾ ਸੀਗਾ, ਇਸ ਕਰਕੇ ਉਹ ਘਮੰਡੀ ਸੀ। But he was eager to obey his father. ਪਰ ਉਹ ਹਮੇਸ਼ਾ ਇੱਛੁਕ ਰਹਿੰਦਾ ਸੀ ਕਿ ਆਪਣੇ ਪਿਤਾ ਦੀ ਇੱਛਾ ਨੂੰ ਪੂਰਾ ਕਰੇ। Go and see in Shechem, his father said. ਉਹਦੇ ਪਿਤਾ ਨੇ ਕਿਹਾ ਕਿ ਸ਼ਕੈਨ ਜਾ ਕੇ ਆਪਣੇ ਦੂਜੇ ਭਰਾਵਾਂ ਨੂੰ ਦੇਖ। He said yes and went. ਉਹਨੇ ਹਾਂ ਕਰਕੇ ਚਲਾ ਗਿਆ। You see, his mission was doomed from the start. Listen carefully to me. ਉਹਦੀ ਜਿਹੜੀ ਯੋਜਨਾਵਾਂ ਸੀ ਕਿ ਉਹ ਸ਼ੁਰੂ ਤੋਂ ਹੀ ਬਰਬਾਦੀ ਵਾਲੇ ਪਾਸੇ His ਸੀਗੀਆਂ। brothers have gone to Shechem. ਉਹਦੇ ਭਰਾ ਸ਼ਿਕਨ ਗਏ ਸੀਗੇ। If you have read the Bible, if you go back home and read Genesis 33, Shechem was the place where they killed everybody because the prince had an affair with their sister. ਸ਼ਿਕਨ ਉਹ ਜਗ੍ਹਾ ਸੀ ਜਿੱਥੇ ਆਪਣਾ ਇਜ਼ਰਾਈਲ ਦੇ ਬੇਟਿਆਂ ਨੇ ਕਿਉਂਕਿ ਉਹਨਾਂ ਦੀ ਭੈਣ ਦੇ ਨਾਲ ਬੁਰਾ ਕੀਤਾ ਸੀ ਤੇ ਉਹਨਾਂ ਸਾਰਿਆਂ ਨੂੰ ਮਾਰਤਾ ਸੀ। In those days, the shepherds used to go wherever grass is and maybe sometimes stay days away from home. ਉਸ ਸਮੇਂ ਜਿਹੜੇ ਚਰਵਾਏ ਸੀਗੇ ਉਹ ਉੱਥੇ ਜਾਂਦੇ ਸੀ ਜਿੱਦੇ ਕਿ ਘਾਹ ਹੁੰਦੀ ਸੀ ਤੇ ਕਈ ਵਾਰੀ ਉਹ ਆਪਣੇ ਘਰਾਂ ਤੋਂ ਕਈ ਦਿਨਾਂ ਤੱਕ ਦੂਰ ਰਹਿੰਦੇ ਸੀ। Joseph went to Shechem. ਤੇ ਜੋਸਫ ਵੀ ਸ਼ਿਕਨ ਗਿਆ। Imagine he's alone in a very unfriendly land. ਉਹ ਕੱਲਾ ਸੀਗਾ ਤੇ ਉਹਦੇ ਵਾਸਤੇ ਉਹ ਜਗ੍ਹਾ ਨਵੀਂ ਸੀਗੀ। There a stranger meets him and tells him that they went to Dothan. ਤੇ ਉੱਥੇ ਉਹਨੂੰ ਅਜਨਬੀ ਮਿਲਿਆ ਜਿਨੇ ਕਿਹਾ ਕਿ ਉਹ ਦੋਤਨ ਚਲੇ ਗਏ। A strange man in a strange land tells this guy that they have gone somewhere else. ਇੱਕ ਅਜੀਬ ਜਗ੍ਹਾ ਤੇ ਇੱਕ ਅਜੀਬ ਆਦਮੀ ਜਿਹੜੇ ਉਹਨੂੰ ਕਿਹਾ ਵੀ ਉਹ ਤੇਰੇ ਭਰਾ ਕਿਧਰੇ ਨਵੀਂ ਜਗ੍ਹਾ ਚਲੇ ਗਏ। Joseph faithfully goes that one day's journey to Shechem. ਤੇ ਜੋਸਫ ਜਿਹੜਾ ਹੈਗਾ ਉਹ ਇੱਕ ਦਿਨ ਦੇ ਹੋਰ ਸਫ਼ਰ ਕਰਕੇ ਉੱਥੇ ਪਹੁੰਚਿਆ। You see, his father set him up for failure right away. ਕਿ ਉਹਦੇ ਪਿਤਾ ਯੂਸਫ ਦੇ ਪਿਤਾ ਨੇ ਉਹਨੂੰ ਕੀ ਕਹਿੰਦੇ ਨੇ ਹਾਰ ਵਾਸਤੇ ਉੱਥੇ ਭੇਜਿਆ ਸੀ। The father was ignorant of the anger and the jealousy of the brothers. ਕਿਉਂਕਿ ਪਿਤਾ ਨੂੰ ਪਤਾ ਨਹੀਂ ਸੀ ਕਿ ਦੂਸਰੇ ਉਹਦੇ ਭੈਣ ਭਰਾ ਜਿਹੜੇ ਹੈਗੇ ਨੇ ਉਹ ਯੂਸਫ ਤੋਂ ਗੁੱਸਾ ਰੱਖਦੇ ਨੇ। He went to a strange land, ਉਹ ਇੱਕ ਨਵੀਂ ਜਗ੍ਹਾ ਪਹੁੰਚਿਆ। alone, away from the protection of his father. ਉਹ ਇਕੱਲਾ ਸੀ ਤੇ ਆਪਣੇ ਪਿਤਾ ਦੀ ਸੁਰੱਖਿਆ ਤੋਂ ਅਲੱਗ ਸੀ। Joseph was about to enter into his trials. ਤੇ ਜੋਸਫ ਜਿਹੜਾ ਸੀਗਾ ਆਪਣੀ ਪ੍ਰੀਖਿਆ ਵਿੱਚ ਪੈਣ ਵਾਸਤੇ ਤਿਆਰ ਸੀ। Straight away they planned to kill him. ਉਹ ਉਹਦੇ ਭਰਾ ਨੂੰ ਮਾਰਨਾ ਚਾਹੁੰਦੇ ਸੀ। You see, when you harbor jealousy, ਜਦੋਂ ਅਸੀਂ ਆਪਣੇ ਮਨ ਵਿੱਚ ਦੁਵੇਸ਼ ਰੱਖਨੇ ਆ, when you harbor unforgiveness, ਜਦੋਂ ਅਸੀਂ ਆਪਣੇ ਦਿਲ ਵਿੱਚ ਮਾਫੀ ਨਹੀਂ ਕਰ ਰੱਖਦੇ, when you harbor anger ਗੁੱਸਾ ਰੱਖਨੇ ਆ for a long time, ਜ਼ਿਆਦਾ ਸਮੇਂ ਵਾਸਤੇ, your mind and your heart will start to justify actions which you normally would not have done. ਤੁਹਾਡਾ ਜਿਹੜਾ ਹਿਰਦੇ ਵਿੱਚ ਉਹ ਗੱਲਾਂ ਤੁਸੀਂ ਉਹਨਾਂ ਨੂੰ ਸੱਚ ਮੰਨਣਾ ਸ਼ੁਰੂ ਕਰੋਗੇ ਜਿਹੜਾ ਤੁਸੀਂ ਵਾਕਈ ਜੇ ਸਹੀ ਸੋਚੋ ਤੇ ਨਹੀਂ ਕਰੋ। This jealousy for so long, the brother started to justify that killing him would be a good thing. ਤੇ ਇਹ ਈਰਸ਼ਾ ਉਹਦੇ ਭਰਾਵਾਂ ਨੂੰ ਇੰਨੀ ਕਾਫੀ ਸਮੇਂ ਤੱਕ ਰਹੀ ਤੇ ਉਹਨਾਂ ਨੇ ਸੋਚਿਆ ਕਿ ਉਹਨੂੰ ਜਿਹੜਾ ਮਾਰਨਾ ਹੈਗਾ ਉਹ ਠੀਕ ਹੋਏਗਾ। They got this opportunity where he was too far away from his father. They said in Genesis 37:20, "Come now therefore, let us slay him and cast him in some pit, and we will say, some evil beast has devoured him, and we'll see what will become of his dreams." उत्पत्ति 37 ਦਾ ਵੀ ਕਹਿੰਦਾ सो आओ हम इसको घात करके किसी गड्ढे में डाल दें और कह देंगे कि कोई दुष्ट पशु उसको खा गया, फिर हम देखेंगे कि उसके स्वप्नों का क्या फल होगा। They thought they stripped him of his favored coat, and they thought they had ended his dreams. ਉਹਨਾਂ ਨੇ ਉਹਦਾ ਜਿਹੜਾ ਸਤਰੰਗਾ ਕੋਟ ਲੈ ਲਿਆ ਤੇ ਉਹਨਾਂ ਨੇ ਸੋਚਿਆ ਕਿ ਯੂਸੁਫ ਦੇ ਜਿਹੜਾ ਸੁਪਨ ਸੀਗੇ ਉਹ ਖਤਮ ਹੋ ਗਏ। Joseph lost his coat. ਯੂਸੁਫ ਦਾ ਕੋਟ ਉਹਦੇ ਤੋਂ ਖੋਲਿਆ ਗਿਆ। Many times as Christians, when we enter the trials,
ਕਈ ਵਾਰੀ ਜਿਹੜੇ ਮਸੀਹ ਲੋਕ ਜਦੋਂ ਪ੍ਰੀਖਿਆ ਹੀ ਪੈਂਦੇ ਨੇ we will lose the coat. ਅਸੀਂ ਉਹ ਕੋੜ ਤੋਂ ਰਹਿਤ ਹੋ ਜਾਂਦੇ ਆ। There are two types of trials for a Christian. ਮਸੀਹ ਵਾਸਤੇ ਦੋ ਤਰ੍ਹਾਂ ਦੇ ਆਪਣਾ ਪ੍ਰੀਖਿਆ ਹੁੰਦੀਆਂ ਨੇ। One, because of the mistakes we make. ਪਹਿਲਾ ਜਿਹੜੀ ਗਲਤੀਆਂ ਅਸੀਂ ਕਰਦੇ ਹੈਗੇ ਆ। One which God allows in our life. ਦੂਸਰਾ ਜਿਹੜਾ ਪਰਮੇਸ਼ਵਰ ਸਾਡੇ ਜੀਵਨ ਵਿੱਚ ਹੋਣ ਦਿੰਦਾ ਹੈ। If we cheat, we will have to face the consequence. ਜੇ ਅਸੀਂ ਬੁਰਾਈ ਕਰਾਂਗੇ ਤੇ ਸਾਨੂੰ ਉਹਦੇ ਹਾਲਾਤ ਦੇਖਣੇ But ਪੈਣਗੇ। sometimes when you are giving the gospel, you are beaten up. That is a trial that is acceptable to God. ਜਦੋਂ ਕਿ ਅਸੀਂ ਸੋਚ ਸਮਾਚਾਰ ਦਾ ਪ੍ਰਚਾਰ ਕਰ ਰਹੇ ਹਾਂ ਤੇ ਉਸ ਸਮੇਂ ਸਾਡੇ ਨਾਲ ਬੁਰਾ ਹੋਵੇ ਤੇ ਇਹ ਪਰਮੇਸ਼ਵਰ ਦੀ ਯੋਜਨਾ ਦਾ ਹਿੱਸਾ ਹੈ। Sometimes God takes away the things which are precious to us. ਕਈ ਵਾਰੀ ਪਰਮੇਸ਼ਵਰ ਸਾਡੇ ਤੋਂ ਚੀਜ਼ਾਂ ਲੈ ਲੈਂਦਾ ਹੈ ਜਿਹੜੀਆਂ ਸਾਡੀਆਂ ਬੜੀਆਂ ਪ੍ਰਿਯ ਹੁੰਦੀਆਂ ਨੇ So that we can focus on Him. ਤਾਂ ਕਿ ਸਾਡੇ ਜਿਹੜੀ ਨਿਗਾਹ ਹੈਗੀ ਹੈ ਉਹਨਾਂ ਤੇ ਹੋਵੇ। Maybe our talents, ਹੋ ਸਕਦਾ ਹੈ ਸਾਡੀ ਯੋਗਤਾ maybe our achievements, ਸਾਡੀ ਆਪਣਾ ਅਸੀਂ ਜੋ ਚੀਜ਼ਾਂ ਪ੍ਰਾਪਤ ਕੀਤੀਆਂ maybe our possessions. ਜਾਂ ਸਾਡਾ ਜੋ ਅਸੀਂ ਇਕੱਠਾ ਕੀਤਾ ਸਮਾਨ। But if we persist in them after that, He will give us more of it so that you will get what your heart desires. ਪਰ ਜੇ ਅਸੀਂ ਫੇਰ ਵੀ ਉਹਨਾਂ ਦੇ ਪਿੱਛੇ ਲੱਗੇ ਰਹਾਂਗੇ ਤੇ ਪਰਮੇਸ਼ਵਰ ਸਾਨੂੰ ਉਹ ਦੇ ਦੇਗਾ ਕਿਉਂਕਿ ਸਾਡਾ ਮਨ ਉਹਨਾਂ ਚੀਜ਼ਾਂ ਦੇ ਵਿੱਚ ਹੈਗਾ। And an extreme example I want to give here in the life of Ezekiel. ਤੇ ਜਿਵੇਂ ਇੱਕ ਇਜ਼ੀਕੀਅਲ ਦੇ ਜੀਵਨ ਵਿੱਚ ਮੈਂ ਤੁਹਾਨੂੰ ਉਦਾਹਰਨ ਦਿਆਂਗਾ। Ezekiel 24:16. ਇਜ਼ੀਕੀਅਲ 24:16 Lord took away Ezekiel's wife. He said this, Son of man, behold, I take from thee the desire of your eyes with a stroke. You will not mourn nor weep, neither will tears run down your eyes. हे मनुष्य की संतान देख, मैं तेरी आंखों की प्रिय को मार कर तेरे पास से ले लेने पर हूँ, परंतु ना तो तू रोना पीटना और ना आंसू बहाना। What a description of his wife. Ezekiel thought his wife was the desire of his eyes. Oh, what poetry. क्या इज़ीकियल ਦੇ ਨਾਲ ਪਰਮੇਸ਼ਵਰ ਨੇ ਕੀਤਾ ਕਿਉਂਕਿ ਵਚਨ ਕਹਿੰਦਾ ਹੈ ਕਿ ਉਹਦੀ ਜਿਹੜੀ ਪਤਨੀ ਸੀਗੀ ਉਹਦੀ ਅੱਖਾਂ ਦੀ ਪ੍ਰਿਯ ਸੀਗੀ। They sold Joseph to the Midianites for 20 pieces of silver. ਤੇ ਉਹਦੇ ਭਰਾਵਾਂ ਨੇ ਯੂਸੁਫ ਨੂੰ 20 ਚਾਂਦੀ ਦੇ ਸਿੱਕੇ ਦੇ ਬਦਲੇ ਜਿਹੜੇ ਆਪਣਾ ਰਾਹਗੀਰ ਸੀਗੇ ਉਹਨਾਂ ਨੂੰ ਵੇਚਤਾ। The slaves are not treated well when they are purchased. ਤੇ ਜਦੋਂ ਇੱਕ ਦਾਸ ਖਰੀਦਿਆ ਜਾਂਦਾ ਹੈਗਾ ਤੇ ਉਹਦੇ ਨਾਲ ਅੱਛਾ ਵਿਵਹਾਰ ਨਹੀਂ ਹੁੰਦਾ। Gulam, das Gulam. Most of them are naked and they're open weather. ਜ਼ਿਆਦਾਤਰ ਉਹ ਬਿਨਾਂ ਕੱਪੜੇ ਦੇ ਹੁੰਦੇ ਨੇ ਤੇ ਖੁੱਲੇ ਚ ਹੁੰਦੇ ਨੇ। They are at the mercy of their masters. ਉਹ ਆਪਣੇ ਜਿਹੜੇ ਮਾਲਿਕ ਦੇ ਇੱਛਾ ਦੇ ਉੱਤੇ ਨਿਰਭਰ ਕਰਦੇ ਨੇ। Very difficult time for Joseph. ਯੂਸੁਫ ਵਾਸਤੇ ਔਖਾ ਸਮੇਂ ਸੀ। That was before the trial. ਇਹ ਜਿਹੜੀ ਤੁਹਾਨੂੰ ਗੱਲ ਦੱਸੀ ਮੈਂ ਪ੍ਰੀਖਿਆ ਤੋਂ ਪਹਿਲੇ। Now the start of the trials. ਹੁਣ ਪ੍ਰੀਖਿਆ ਸ਼ੁਰੂ ਹੁੰਦੀ ਹੈ। I calculated it will have taken about 6 to 8 months to travel from Dothan to Memphis, that is the capital of Egypt at that time. ਮੈਂ ਹਿਸਾਬ ਲਾਇਆ ਵੀ ਤਕਰੀਬਨ 6 ਤੋਂ 6 to 8 ਮੰਥ 6 months. 6 ਤੋਂ 8 ਮਹੀਨੇ ਲੱਗੇ ਜਿੱਥੇ ਉਹ ਦੋਤਨ ਹੀ ਵੇਚਿਆ ਗਿਆ ਤੇ ਜਿੱਥੇ ਉਹ ਮਿਸਰ ਵਿੱਚ ਜਿੱਥੇ ਪਹੁੰਚਿਆ। I infer from the word of God that this is the time when Joseph had a real life-changing encounter with God. ਤੇ ਇਹ ਜਿਹੜਾ ਇੰਨਾ ਲੰਬੇ ਸਮੇਂ ਮਹੀਨਿਆਂ ਦਾ ਸੀਗਾ ਉਹਦੇ ਵਿੱਚ ਯੂਸੁਫ ਨੇ ਦੀ ਕੀ ਸੋਚ ਸੀਗੀ ਤੇ ਕਿਵੇਂ ਪਰਮੇਸ਼ਵਰ ਦੇ ਨਾਲ ਉਹ ਬਣਿਆ ਰਿਹਾ। Because 37 he is sold as a slave. 39 verse 2 says this. ਕਿਉਂਕਿ 37 ਕਹਿੰਦਾ ਹੈ ਕਿ ਉਹ ਵੇਚਿਆ ਗਿਆ ਤੇ 39 ਕਹਿੰਦਾ ਹੈ ਕਿ ਉਹ ਪਹੁੰਚ ਗਿਆ ਜਿੱਥੇ ਉਹਨੇ ਪਹੁੰਚਣਾ ਸੀ। Verse 2, the Lord was with Joseph and he was a prosperous man. He was in the house of his master, the Egyptian. 39 ਦਾ 2 कहता है उत्पत्ति, और यूसुफ अपने मिस्री स्वामी के घर में रहता था और यहोवा उसके संग था, सो वह भाग्यवान पुरुष हो गया। You see, he had no rights as a slave. एक गुलाम होने दे नाते उनके कोई हक नहीं सीगे, No money. कोई पैसा नहीं। Yet the scripture calls him a prosperous man. Don't miss that. पर परमेश्वर दा वचन ਉਹਨੂੰ ਭਾਗਯਵਾਨ ਪੁਰਸ਼ ਕਹਿੰਦਾ ਹੈ। The Lord was with Joseph and he was a prosperous man. ਪਰਮੇਸ਼ਵਰ ਯੂਸੁਫ ਦੇ ਨਾਲ ਸੀਗਾ ਤੇ ਉਹ ਭਾਗਯਵਾਨ ਪੁਰਸ਼ ਸੀ। It's not our talents which make us prosperous.
ਸਾਡੀ ਯੋਗਤਾ ਸਾਨੂੰ ਤਰੱਕੀ ਨਹੀਂ It is ਦਿਲਵਾਉਂਦੀ। not our material possessions make us prosperous. ਸਾਡੀ ਦੁਨਿਆਵੀ ਚੀਜ਼ਾਂ ਸਾਨੂੰ ਤਰੱਕੀ ਨਹੀਂ ਦਿਲਾਉਂਦੇ। It's not our jobs, our business that makes us prosperous. ਸਾਡੀ ਨੌਕਰੀਆਂ, ਸਾਡੇ ਵਪਾਰ ਸਾਨੂੰ ਤਰੱਕੀ ਨਹੀਂ ਦਿਲਾਉਂਦੇ। The Lord being with us makes us prosperous. Hallelujah. ਹਾਲੇਲੂਇਆ। ਪਰਮੇਸ਼ਵਰ ਦਾ ਹੋਣਾ ਹੀ ਸਾਡੇ ਨਾਲ ਸਾਨੂੰ ਭਾਗਿਆਵਾਨ ਬਣਾਉਂਦਾ ਹੈ। If we read it casually, we'll miss that. ਜੇ ਅਸੀਂ ਇਹਨੂੰ ਆਰਾਮ ਨਾਲ ਪੜ੍ਹ ਲਾਂਗੇ ਤੇ ਇਹਨੂੰ ਸਮਝ ਨਹੀਂ ਪਾਵਾਂਗੇ। Our success is the abiding presence of God. ਸਾਡੀ ਜਿਹੜੀ ਕਾਮਯਾਬੀ ਹੈਗੀ ਏ ਪਰਮੇਸ਼ਵਰ ਦਾ ਸਾਡੇ ਨਾਲ ਬਨੇ ਰਹਿਣਾ ਹੈਗੀ ਏ। The greatest thing is, it is not Joseph who was after God, but it was God who was after Joseph. ਅਦਭੁਤ ਗੱਲ ਹੈਗੀ ਏ ਕਿ ਯੂਸੁਫ ਪਰਮੇਸ਼ਵਰ ਪਿੱਛੇ ਨਹੀਂ ਸੀਗਾ, ਪਰਮੇਸ਼ਵਰ ਯੂਸੁਫ ਦੇ ਪਿੱਛੇ ਸੀਗਾ। Our success is in this, my dear brothers and sisters, that our life is so wonderful before God that He wants to stay with you. He wants to be with you. ਸਾਡੀ ਕਾਮਯਾਬੀ ਜਿਹੜੀ ਹੈਗੀ ਉਹ ਇਸ ਚੀਜ਼ ਹੈਗੀ ਏ ਕਿ ਪਰਮੇਸ਼ਵਰ ਸਾਨੂੰ ਭਾਗਿਆਵਾਨ ਬਣਾਉਂਦਾ ਹੈ ਤੇ ਪਰਮੇਸ਼ਵਰ ਸਾਡੇ ਨਾਲ ਬਣਿਆ ਰਹਿੰਦਾ ਹੈ। The trials for Joseph had started, ਉਹਦੀ ਯੂਸੁਫ ਦੀਆਂ ਮੁਸ਼ਕਿਲਾਂ ਸ਼ੁਰੂ ਹੋ ਗਈਆਂ। but the Lord was with Joseph just like a parent is with a child who's learning to walk. ਪਰ ਜਿਹੜਾ ਪਰਮੇਸ਼ਵਰ ਸੀਗੇ ਉਹ ਯੂਸੁਫ ਦੇ ਨਾਲ ਸੀਗੇ, ਉਸ ਬੱਚੇ ਤਰ੍ਹਾਂ ਜਿਹੜਾ ਕਿ ਚੱਲਣਾ ਸਿੱਖਦਾ ਹੈ। I remember when my kids were starting to walk, we'll try to remove the obstacles. We try to help them with their hand. We want them to walk safely. ਮੈਨੂੰ ਯਾਦ ਆਉਂਦੇ ਨੇ ਉਹ ਦਿਨ ਜਦੋਂ ਮੇਰੇ ਬੱਚੇ ਚੱਲਣਾ ਸ਼ੁਰੂ ਕਰਦੇ ਸੀ ਤੇ ਅਸੀਂ ਉਹਨਾਂ ਦੇ ਰਸਤੇ ਸਾਰੀ ਰੁਕਾਵਟਾਂ ਨੂੰ ਹਟਾ ਦਿੰਦੇ ਸੀ ਤਾਂ ਕਿ ਆਰਾਮ ਨਾਲ ਚੱਲ ਸਕਣ। Whatever happened to Joseph, he turned from a self-centered man to God-centered man. Hallelujah. ਹਾਲੇਲੂਇਆ। ਜੋ ਵੀ ਯੂਸੁਫ ਦੇ ਨਾਲ ਹੋਇਆ ਉਹ ਆਪਣੀ ਸੋਚ ਤੇ ਨਿਰਭਰ ਹੋਣ ਤੋਂ ਇਲਾਵਾ ਉਹ ਪਰਮੇਸ਼ਵਰ ਦੇ ਨਾਲ ਜੁੜ ਗਿਆ। We see that in a very short time, Potiphar made Joseph his chief steward. ਤੇ ਅਸੀਂ ਦੇਖਨੇ ਆ ਘੱਟ ਸਮੇਂ 'ਚ ਪੋਟੀਫਰ ਨੇ ਉਹਨੂੰ ਆਪਣਾ ਸਭ ਤੋਂ ਮੁੱਖ ਸੇਵਕ ਬਣਾ ਲਿਆ। Genesis 39:4-6. ਉਤਪੱਤੀ 39:4-6। And Joseph found grace in his sight, and he served him and made him overseer over his house, that all that he had he put into his hand. And it came to pass from the time that he had made him overseer in his house and over all that he had, that the Lord blessed the Egyptian's house for Joseph's sake. And the blessing of the Lord was upon all that he had in the house and in the field. And he left all that he had in Joseph's hand, and knew not aught he had, save the bread which he did eat. And Joseph was a goodly person and well favored. तब उसकी अनुग्रह की दृष्टि उस पर हुई और वह उसकी सेवा टहल करने के लिए नियुक्त किया गया। तब उसने उसको अपने घर का अधिकारी बनाकर अपना सब कुछ उसके हाथ में सौंप दिया। और जब से उसने उसको अपने घर का और अपनी सारी संपत्ति का अधिकारी बनाया, तब से यहोवा यूसुफ के कारण उस मिस्री के घर पर आशीष देने लगा। और क्या घर में क्या मैदान में जो कुछ उसका था सब पर यहोवा की आशीष होने लगी। You see, it doesn't tell us how long it took for Potiphar to be impressed with Joseph's ability. ਵਚਨ ਸਾਨੂੰ ਇਹ ਦੱਸਦਾ ਨਹੀਂ ਵੀ ਕਿੰਨਾ ਸਮੇਂ ਲੱਗਿਆ ਜਿਸ ਤੋਂ ਬਾਅਦ ਪੋਟੀਫਰ ਨੇ ਉਹਨੂੰ ਆਪਾਂ ਮੁੱਖ ਸੇਵਕ ਬਣਾਇਆ। Except what he ate, everything was in the hands of Joseph. ਜੋ ਕੁਝ ਪੋਟੀਫਰ ਖਾਂਦਾ ਸੀ ਉਹਦੇ ਤੋਂ ਇਲਾਵਾ ਜੋ ਕੁਝ ਉਹਦਾ ਸਰਮਾਇਆ ਸੀਗਾ ਉਹ ਸਭ ਯੂਸੁਫ ਦੇ ਹੱਥੀ ਸੀਗਾ। Looks like everything is going well for Joseph. ਇਸ ਤਰ੍ਹਾਂ ਲੱਗਦਾ ਹੈ ਵੀ ਯੂਸੁਫ ਦੇ ਨਾਲ ਸਭ ਕੁਝ ਠੀਕ ਚੱਲ ਰਿਹਾ। Just because you have God's favor, God's presence, you are not exempt from trials. ਜੇ ਭਾਵੇਂ ਤੁਹਾਡੇ ਨਾਲ ਪਰਮੇਸ਼ਵਰ ਦਾ ਅਨੁਗ੍ਰਹਿ ਹੈਗਾ, ਪਰਮੇਸ਼ਵਰ ਦੀ ਤੁਹਾਡੇ ਨਾਲ ਹੈਗੇ ਨੇ, ਉਹਦੇ ਇਲਾਵਾ ਉਹ ਤਾਂ ਜ਼ਰੂਰੀ ਨਹੀਂ ਹੈ ਕਿ ਤੁਸੀਂ ਪ੍ਰੀਖਿਆ ਵਿੱਚ ਨਾ ਪਾਓ। It is difficult to maintain personal integrity in a different culture, in a different value system. ਇਹ ਬੜਾ ਔਖਾ ਹੈਗਾ ਕਿ ਅਸੀਂ ਆਪਣੇ ਵਿਸ਼ਵਾਸ ਵਿੱਚ ਖੜੇ ਰਹੀਏ ਜਦੋਂ ਕਿ ਅਸੀਂ ਇੱਕ ਨਵੀਂ ਜਗ੍ਹਾ ਤੇ ਨਵੇਂ ਸਮਾਜ ਵਿੱਚ ਹੈਗੇ ਹਾਂ। Many people say, oh, you go to India, these government officials, they are very corrupt. Unless you give money, nothing happens. That is the culture. ਜਿਵੇਂ ਲੋਕ ਕਹਿੰਦੇ ਨੇ ਕਿ ਜਿਵੇਂ ਤੁਸੀਂ ਹਿੰਦੁਸਤਾਨ ਜਾਓ ਤਾਂ ਉੱਥੇ ਹਰ ਬੰਦਾ ਰਿਸ਼ਵਤ ਲੈਂਦਾ, ਉਹਦੇ ਬਿਨਾਂ ਕੰਮ ਨਹੀਂ ਹੁੰਦਾ। ਉੱਥੇ ਦਾ ਇਸ ਤਰ੍ਹਾਂ ਹੀ ਕੰਮ ਹੈਗਾ। Do we compromise on God's word?
ਕਿਆ ਅਸੀਂ ਪਰਮੇਸ਼ਵਰ ਦੇ ਵਚਨ ਦੇ ਨਾਲ ਦੇ ਖਿਲਾਫ ਜਾਂਦੇ ਆ? Where is the integrity of Christians? ਸਾਡੀ ਵਿਸ਼ਵਾਸਯੋਗਤਾ ਇੱਕ ਮਸੀਹ ਦੇ ਨਾਂ ਤੇ ਕਿੱਥੇ ਜਾਂਦੀ ਹੈ? Same thing, you go to Africa, oh, this soul so corrupt. You can't get anything done without money, many places. But it is not, do we compromise? The question is, do we as Christians, do we compromise? ਪਰ ਸਵਾਲ ਇਹ ਆਉਂਦਾ ਹੈ ਕਿ ਭਾਵੇਂ ਕਿਸੇ ਜਗ੍ਹਾ ਤੇ ਸਿਰਫ ਰਿਸ਼ਵਤ ਹੀ ਚਲਦੀ ਹੈਗੀ ਏ, ਪਰ ਇੱਕ ਮਸੀਹ ਦੇ ਪਿੱਛੇ ਚੱਲਣ ਵਾਲੇ ਦੇ ਨਾਤੇ ਕਿਆ ਅਸੀਂ ਪਰਮੇਸ਼ਵਰ ਦੇ ਜਿਹੜੇ ਨਿਯਮ ਹੈਗੇ ਨੇ ਉਹਨਾਂ ਦੇ ਨਾਲ ਸਮਝੌਤਾ ਕਰਨੇ ਆ? Here in Joseph's life is a clear example of how we should not compromise on integrity. ਅਤੇ ਯੂਸੁਫ ਦੇ ਜੀਵਨ ਵਿੱਚ ਸਾਨੂੰ ਸਾਫ਼ ਪਤਾ ਲੱਗਦਾ ਹੈ ਵੀ ਸਾਨੂੰ ਕਦੀ ਵੀ ਕਿਸੇ ਚੀਜ਼ ਦੇ ਨਾਲ ਪਰਮੇਸ਼ਵਰ ਦੇ ਵਚਨ ਦੇ ਖਿਲਾਫ ਸਮਝੌਤਾ ਨਹੀਂ ਕਰਨਾ ਚਾਹੀਦਾ। The trial came in the form of Potiphar's wife. ਉਹਦੇ ਜੀਵਨ ਵਿੱਚ ਜਿਹੜਾ ਪ੍ਰੀਖਿਆ ਆਈ ਉਹ ਪੋਟੀਫਰ ਦੀ ਪਤਨੀ ਦੇ ਜ਼ਰੀਏ ਆਈ। It's not a simple case of adultery. Or stay with me. Let's read 7 to 9. ਉਤਪत्ति 39 ਦਾ 7 ਤੋਂ 9 ਪੜਾਂਗੇ। And it came to pass after these things that his master's wife cast her eyes upon Joseph, and she said, lie with me. But he refused and said unto his master's wife, behold, my master wotteth not what is with me in the house, and he hath committed all that he had to my hand. There is none greater in this house than I, neither hath he kept back anything from me but thee. But thou art his wife. How then can I do this great wickedness and sin against God? इन बातों के पश्चात ऐसा हुआ कि उसके स्वामी की पत्नी ने यूसुफ की ओर आंख लगाई और कहा, मेरे साथ सो। पर उसने अस्वीकार करते हुए अपने स्वामी की पत्नी से कहा, सुन, जो कुछ इस घर में है मेरे हाथ में है, उसे मेरा स्वामी कुछ नहीं जानता, और उसने अपना सब कुछ मेरे हाथ में सौंप दिया है। इस घर में मुझसे बड़ा कोई नहीं, और उसने तुझे छोड़ जो उसकी पत्नी है मुझसे कुछ नहीं रख छोड़ा। सो भला ऐसी बड़ी दुष्टता करके परमेश्वर का अपराधी क्यों कर बनूं? Here is a handsome young man, head of the house. ਅਤੇ ਅਸੀਂ ਇੱਕ ਜਵਾਨ ਪੁਰਸ਼ ਦੇਖਨੇ ਆ ਜਿਹੜਾ ਕਿ ਉਸ ਘਰ ਦਾ ਸਵਾਮੀ ਹੈ। The master's wife wanted to seduce him continuously, she was asking. ਤੇ ਜਿਹੜੀ ਸਵਾਮੀ ਦੀ ਪਤਨੀ ਸੀ ਉਹ ਬਾਰ-ਬਾਰ ਉਹਨੂੰ ਕਹਿੰਦੀ ਸੀ ਕਿ ਤੂੰ ਮੇਰੇ ਨਾਲ ਆ ਕੇ ਵਿਭਾਚਾਰ ਕਰ। But the change in Joseph is so good, so excellent that he refused to do wickedness against God. ਪਰ ਯੂਸੁਫ ਦੇ ਜੀਵਨ ਵਿੱਚ ਜਿਹੜੀ ਭਲਾਈ ਪਰਮੇਸ਼ਵਰ ਨੇ ਕੀਤੀ ਸੀ ਉਹਦੇ ਮੱਦੇ ਨਜ਼ਰ ਉਹਨੇ ਇਸ ਚੀਜ਼ ਨੂੰ ਇੱਕ ਪਾਪ ਜਾਣਿਆ ਕਿ ਉਹ ਕੋਈ ਕੀ ਕਹਿੰਦੇ ਨੇ ਨੀਚ ਕੰਮ ਕਰੇ। We can see the live example of Proverbs 1:7. ਅਸੀਂ ਨੀਤੀ ਵਚਨ 1:7 ਵਿੱਚ ਉਹਦਾ ਮਤਲਬ ਦੇਖਦੇ ਹਾਂ। The fear of the Lord is the beginning of knowledge, but fools despise wisdom and instruction. यहोवा का भय मानना बुद्धि का मूल है, बुद्धि और शिक्षा को मूढ़ ही लोग तुच्छ जानते हैं। I want to tell you, there is even a bigger secret in this temptation. मैं ਤੁਹਾਨੂੰ ਦੱਸਣਾ ਚਾਹਨਾ ਕਿ ਇਸ ਪਰਮਾਏ ਜਾਣੇ ਇੱਕ ਵੱਡਾ ਪਾਪ ਹੈ। Listen to me carefully. ਧਿਆਨ ਨਾਲ ਸੁਣੋ। There was no law at that time. ਉਸ ਸਮੇਂ ਕੋਈ ਐਸਾ ਕਾਨੂੰਨ ਨਹੀਂ ਸੀ। There was nothing wrong for Joseph to do it. ਯੂਸੁਫ ਵਾਸਤੇ ਉਹਨੇ ਜੇ ਕਰਦਾ ਵੀ ਤਾਂ ਕੋਈ ਬੁਰਾਈ ਨਹੀਂ ਸੀ। There was no law. ਕੋਈ ਕਾਨੂੰਨ ਨਹੀਂ ਸੀ। But the laws are written in our hearts by God. ਪਰ ਸਾਡੇ ਹਿਰਦੇ ਵਿੱਚ ਪਰਮੇਸ਼ਵਰ ਦੇ ਕਾਨੂੰਨ ਲਿਖੇ ਨੇ। That is why there is no escape on the day of judgment for people who say, I don't know this law, I was not a Christian, I was not a believer. The laws are written in every heart by God. Hallelujah. ਹਾਲੇਲੂਇਆ। ਸਾਡੇ ਸਾਰਿਆਂ ਦੇ ਹਿਰਦਿਆਂ 'ਚ ਪਰਮੇਸ਼ਵਰ ਨੇ ਆਪਣੇ ਨਿਯਮ ਲਿਖੇ ਨੇ। ਇਸ ਕਰਕੇ ਨਿਆਂ ਦੇ ਦਿਨ ਅਸੀਂ ਇਹ ਨਹੀਂ ਕਹਿ ਸਕਦੇ ਮੈਂ ਬੁਰਾਈ ਕੀਤੀ ਕਿਉਂਕਿ ਮੈਨੂੰ ਤੁਹਾਡੇ ਨਿਯਮਾਂ ਦਾ ਪਤਾ ਨਹੀਂ ਸੀ। That is why it's a greater temptation, because there is no law against it. ਕਿਉਂਕਿ ਤਾਈਂ ਇਹ ਜੇ ਇੱਕ ਵੱਡਾ ਪਰਮਾਇਆ ਜਾਣਾ ਸੀ ਕਿਉਂਕਿ ਉਹਦੇ ਖਿਲਾਫ ਸਮਾਜ ਵਿੱਚ ਕੋਈ ਕਾਨੂੰਨ ਨਹੀਂ ਸੀ। Because you must remember, any sin will always find us out. ਕਿਉਂਕਿ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਸਾਡਾ ਹਰ ਪਾਪ ਸਾਨੂੰ ਢੂੰਡ ਲੈਂਦਾ ਹੈ। There are always two people who will know about sin. ਹਮੇਸ਼ਾ ਦੋ ਲੋਕ ਹੁੰਦੇ ਨੇ ਜਿਹੜੇ ਪਾਪ ਨੂੰ ਜਾਣਦੇ ਨੇ। God and the sinner. ਪਰਮੇਸ਼ਵਰ ਤੇ ਪਾਪੀ। Joseph knew, even if no one found out,
God would know about it. ਯੂਸੁਫ ਨੂੰ ਪਤਾ ਸੀ ਵੀ ਕਿਸੇ ਨੂੰ ਪਤਾ ਲੱਗੇ ਜਾਂ ਨਾ ਲੱਗੇ ਪਰਮੇਸ਼ਵਰ ਨੂੰ ਪਤਾ ਲੱਗੇਗਾ। There was an interview once. One candidate was interviewing for to join the Ivy League school. ਇੱਕ ਇੰਟਰਵਿਊ ਚੱਲ ਰਿਹਾ ਸੀ ਇੱਕ ਸਕੂਲ ਵਿੱਚ ਭਰਤੀ ਹੋਣ ਵਾਸਤੇ। One arrogant young man came for the interview. ਇੱਕ ਘਮੰਡੀ ਆਪਣਾ ਜਵਾਨ ਪੁਰਸ਼ ਆਇਆ So the interviewer asked this question. ਤੇ ਇੰਟਰਵਿਊ ਲੈਣ ਵਾਲੇ ਨੇ ਸਵਾਲ ਪੁੱਛਿਆ, If no one would find out, ਜੇ ਕਿਸੇ ਨੂੰ ਨਾ ਪਤਾ ਲੱਗੇ, if no one would get hurt, ਜੇ ਕੋਈ ਕਿਸੇ ਨੂੰ ਨੁਕਸਾਨ ਨਾ ਹੋਏ, will you lie for $1 million? ਕਿਆ ਤੂੰ $1 ਮਿਲੀਅਨ ਪਿੱਛੇ ਝੂਠ ਬੋਲੇਗਾ? The young man thought for a minute and he said, if no one found out and no one got hurt, of course I would lie. ਉਹ ਜਵਾਨ ਨੇ ਕਿਹਾ ਵੀ ਜੇ ਕਿਸੇ ਨੂੰ ਨਾ ਪਤਾ ਲੱਗੇ ਤੇ ਕਿਸੇ ਨੂੰ ਨੁਕਸਾਨ ਨਾ ਹੋਏ ਤੇ ਮੈਂ ਕਰਾਂਗਾ ਕੰਮ। Will you lie for $1? ਉਹ ਕਹਿੰਦਾ ਕਿਆ ਤੂੰ ਡਾਲਰ ਪਿੱਛੇ ਝੂਠ ਬੋਲੇਗਾ? The young man said, no way. What do you think I am? ਤੇ ਜਵਾਨ ਪੁਰਸ਼ ਕਹਿੰਦਾ ਵੀ ਬਿਲਕੁਲ ਨਹੀਂ, ਤੂੰ ਕੀ ਸਮਝਦਾ ਮੈਂ ਕੌਣ ਹੈਗਾ ਵਾਂ? The interviewer said, I already know what you are. I was just trying to get your prize. ਤੇ ਇੰਟਰਵਿਊ ਲੈਣ ਵਾਲੇ ਨੇ ਕਿਹਾ ਮੈਨੂੰ ਤੇਰੀ ਕੀਮਤ ਪਤਾ ਹੈ, ਮੈਂ ਪਰ ਤੇਰੀ ਕਿੰਨੀ ਕੀਮਤ ਹੈਗੀ ਉਹ ਦੇਖ ਰਿਹਾ ਸੀ। The trials bring out the dirt in us. That's why we should rejoice in trials, James says. ਜੇਮਸ ਦੀ ਪੁਸਤਕ ਜਿਵੇਂ ਲਿਖਿਆ ਹੈ ਕਿ ਜਦੋਂ ਅਸੀਂ ਪ੍ਰੀਖਿਆ ਪਈਏ ਤਾਂ ਅਸੀਂ ਖੁਸ਼ ਹੋਈਏ ਕਿਉਂਕਿ ਪ੍ਰੀਖਿਆ ਸਾਡੇ ਅੰਦਰ ਕੀ ਬੁਰਾਈ ਹੈਗੀ ਉਹ ਬਾਹਰ ਲੈ ਕੇ ਆਉਂਦੀ। Trials is like a hook. It will drag out all the dirt in our lives. ਪ੍ਰੀਖਿਆ ਜਿਹੜੀ ਹੈਗੀ ਉਹ ਹੁੱਕ ਦੇ ਸਮਾਨ ਹੈਗੀ ਹੈ ਜਿਹੜਾ ਸਾਡੇ ਅੰਦਰ ਦੀ ਗੰਦਗੀ ਨੂੰ ਉਸ ਸਮੇਂ ਬਾਹਰ ਨਿਕਾਲਦੀ ਹੈ। Now Joseph stood for God. ਪਰ ਯੂਸੁਫ ਜਿਹੜਾ ਸੀਗਾ ਪਰਮੇਸ਼ਵਰ ਨਾਲ ਖੜਾ ਰਿਹਾ। But what happened? Falsely accused, he is now thrown into prison. ਪਰ ਕੀ ਹੋਇਆ? ਉਹਨੇ ਤੇ ਦੋਸ਼ ਲਗਾਇਆ ਗਿਆ ਤੇ ਉਹਨੂੰ ਜੇਲ੍ਹ ਵਿੱਚ ਪਾਤਾ ਗਿਆ। The cost of standing for in God in trials is not a relief, but it more trials. ਜਦੋਂ ਅਸੀਂ ਪਰਮੇਸ਼ਵਰ ਦੇ ਨਾਲ ਸੱਚਾਈ 'ਚ ਖੜੇ ਹੁੰਨੇ ਆ ਤੇ ਉਹਦੇ ਨਾਲ ਸਾਨੂੰ ਛੁਟਕਾਰਾ ਨਹੀਂ ਮਿਲਦਾ ਪਰ ਸਾਨੂੰ ਹੋਰ ਪਰੇਸ਼ਾਨੀ The ਆਉਂਦੀ ਹੈ। fruit bearing tree is pruned more so that it will bear more fruit. ਜਿਹੜਾ ਫਲਦਾਰ ਦਰਖਤ ਹੈਗਾ ਉਹਦੀ ਛਟਣੀ ਹੁੰਦੀ ਹੈ ਕਿਉਂਕਿ ਹੋਰ ਫਲ ਲੈ ਕੇ ਆਏ। You see, this concept is nowadays disappearing from this Christian world today. ਅੱਜ ਕੱਲ੍ਹ ਦੇ ਮਸੀਹ ਸਮਾਜ ਵਿੱਚ ਇਹ ਜਿਹੜੀ ਸੋਚ ਹੈਗੀ ਹੈ ਇਹ ਘੱਟ ਹੁੰਦੀ ਚਲੀ ਜਾ The ਰਹੀ ਹੈ। brainwashing is if everything is good, you got a house, you got a nice family, you got bank balance, nice car, everything okay, everything running fine, then you are okay with God. Don't you think that's what today's Christianity teaches about? ਅੱਜ ਕੱਲ੍ਹ ਦੀ ਸੋਚ ਹੈਗੀ ਹੈ ਕਿ ਜੇ ਤੁਹਾਡੇ ਪਰਿਵਾਰ ਠੀਕ ਹੈ, ਤੁਹਾਡੇ ਕੋਲ ਘਰ ਹੈਗਾ, ਪੈਸਾ ਹੈਗਾ, ਕਾਰ ਹੈਗੀ ਹੈ, ਇਹਦਾ ਮਤਲਬ ਤੁਸੀਂ ਸਭ ਕੁਝ ਸਹੀ ਕਰ ਰਹੇ ਹੋ। If you are successful in your job, if you have a good business, good church, good everything, then everything is right with God. ਕਿ ਜੇ ਤੁਹਾਡੇ ਕੋਲ ਅੱਛਾ ਘਰ ਚੱਲ ਰਿਹਾ, ਅੱਛਾ ਪਰਿਵਾਰ ਹੈ, ਅੱਛਾ ਕਲੀਸਿਆ ਹੈਗੀ ਹੈ, ਇਹਦਾ ਮਤਲਬ ਤੁਸੀਂ ਜੋ ਕੁਝ ਕਰ ਰਹੇ ਹੋ ਠੀਕ ਕਰ ਰਹੇ ਹੋ। This is a false teaching. ਪਰ ਇਹ ਜਿਹੜੀ ਹੈਗੀ ਹੈ ਗਲਤ ਸਿੱਖਿਆ। If we rely on this teaching, we will sink and we will stink. ਜਦੋਂ ਜੇ ਅਸੀਂ ਇਸ ਸਿੱਖਿਆ ਖੜੇ ਰਹਾਂਗੇ ਤੇ ਅਸੀਂ ਡੁੱਬਾਂਗੇ ਤੇ ਬਦਬੂ ਮਾਰਾਂਗੇ। To get to where God wants us to be, there is a set of adjustments, trials, some breaking, some removal, some addition in our lives to fit that plan. ਜਿੱਥੇ ਪਰਮੇਸ਼ਰ ਸਾਨੂੰ ਲੈ ਕੇ ਜਾਣਾ ਚਾਹੁੰਦੇ ਨੇ ਉਹਨਾਂ ਦੀ ਯੋਜਨਾ ਨੂੰ ਪੂਰਾ ਕਰਨ ਵਾਸਤੇ ਸਾਨੂੰ ਰਸਤੇ 'ਚ ਅਲੱਗ-ਅਲੱਗ ਤਰ੍ਹਾਂ ਦੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। He's thrown in prison. ਤੇ ਜੇਲ੍ਹ ਵਿੱਚ ਪਾਤਾ ਗਿਆ। He starts to assist the prison warden. ਉੱਥੇ ਉਹ ਜਿਹੜਾ ਬੰਦੀ ਕਰਦਾ ਦਰੋਗਾ ਸੀਗਾ ਉਹਦੀ ਮਦਦ ਕਰਨ ਲੱਗਾ। He never complained. ਉਹਨੇ ਕਦੀ ਵੀ ਇਹਦੇ ਖਿਲਾਫ ਨਹੀਂ ਬੋਲਿਆ। He was never depressed. ਉਹਨੇ ਕਦੀ ਵੀ ਮਨ ਨਹੀਂ ਹਾਰਿਆ। He was not angry. ਉਹਨੇ ਗੁੱਸਾ ਨਹੀਂ ਕੀਤਾ। He never complained to God, why me, Lord? ਉਹਨੇ ਪਰਮੇਸ਼ਰ ਨੂੰ ਵੀ ਉਲਾਹਣਾ ਨਹੀਂ ਦਿੱਤੀ ਕਿ ਮੇਰੇ ਨਾਲ ਕੀ ਹੋ ਰਿਹਾ। How I know this? ਮੈਨੂੰ ਕਿਵੇਂ ਪਤਾ? Let's go into scripture. ਵਚਨ ਕਹਿੰਦਾ ਹੈ Genesis 39:21. ਉਤਪੱਤੀ 39:21। But the Lord was with Joseph, and he showed him mercy and gave him favor in the sight of the keeper of prison. पर यहोवा यूसुफ के संग संग रहा और उस पर करुणा की और बंदी गृह के दरोगा के अनुग्रह की दृष्टि उस पर हुई। God gave him two things. परमेश्वर ਉਹਨੂੰ ਦੋ ਚੀਜ਼ਾਂ ਦਿੱਤੀਆਂ। He gave him mercy and favor. ਉਹਨੇ ਕਰੁਣਾ ਦਿੱਤੀ ਤੇ ਉਹਨੂੰ ਉਹਦੀ ਮਦਦ ਕੀਤੀ। Why did he give him mercy? Let us read Psalm 32:10. ਕਰੁਣਾ ਕਿਉਂ ਕੀਤੀ ਪਰਮੇਸ਼ਵਰ ਨੇ? ਭਜਨ ਸੰਹਿਤਾ 32:10। Many sorrows shall be to the wicked, but he that trusteth in the Lord, mercy shall encompass him.
दुष्ट को तो बहुत पीड़ा होती है, परंतु जो यहोवा पर भरोसा रखता है वह करुणा से घिरा रहता है। Always the word of God explains the word of God. ਹਮੇਸ਼ਾ ਪਰਮੇਸ਼ਵਰ ਦਾ ਵਚਨ ਦਾ ਇੱਕ ਹਿੱਸਾ ਪਰਮੇਸ਼ਵਰ ਦੇ ਵਚਨ ਦੇ ਦੂਸਰੇ ਹਿੱਸੇ ਨੂੰ ਬਿਆਨ ਕਰਦਾ ਹੈ। When God gave him mercy, he gave him because he trusted in the Lord. That's why mercy surrounded him. ਕਿਉਂਕਿ ਉਹਨੇ ਪਰਮੇਸ਼ਵਰ ਨਾਲ ਬਣਿਆ ਰਿਹਾ, ਇਸ ਕਰਕੇ ਪਰਮੇਸ਼ਵਰ ਦੀ ਕਰੁਣਾ ਜਿਹੜੀ ਸੀਗੀ ਉਹ ਯੂਸੁਫ ਦੇ ਹਮੇਸ਼ਾ ਨਾਲ ਸੀ। Mercy doesn't come by praying, Lord, give us mercy, mercy, have mercy, have mercy. Doesn't. You must pray that the person whom you want mercy to be on, should trust in the Lord. Mercy will be coming automatically. ਜੇ ਅਸੀਂ ਦਇਆ ਕਰੋ ਦੀ ਪ੍ਰਾਰਥਨਾ ਕਰਦੇ ਰਹੀਏ, ਉਸ ਤਰ੍ਹਾਂ ਦਇਆ ਨਹੀਂ ਆਏਗੀ। ਪਰਮੇਸ਼ਵਰ ਨਾਲ ਜਦੋਂ ਬਨੇ ਰਹਾਂਗੇ ਤਾਂ ਸਾਡੇ ਤੇ ਕਰੁਣਾ ਹੋਏਗੀ। Second thing, give favor. ਦੂਸਰਾ ਆ ਗਿਆ ਪਰਮੇਸ਼ਵਰ ਉਹਨੂੰ ਇੱਕ ਤਰੱਕੀ ਦਿੰਦਾ We ਹੈ। always pray, Lord, give us favor, give us favor. I'll tell you how easily you will get automatically favor. Listen to me carefully. ਅਸੀਂ ਜੇ ਹਮੇਸ਼ਾ ਕੀ ਪਰਮੇਸ਼ਵਰ ਮੈਨੂੰ ਤੇ ਫੇਵਰ ਕਰ ਤੇ ਮੈਂ ਦੱਸਾਂਗਾ ਰੱਬ ਕੀ ਕਰਦਾ ਹੈ। Psalm 5:12. ਭਜਨ ਸੰਹਿਤਾ 5:12 For thou, Lord, will bless the righteous. With favor thou will compass him as a shield. क्योंकि तू धर्मी को आशीष देगा, हे यहोवा तू उसको अपनी अनुग्रह रूपी ढाल से घेरे रहेगा। You want favor? ਤੁਸੀਂ ਆਸ਼ੀष ਚਾਹੁੰਦੇ ਹੋ Live a righteous life. ਤੇ ਧਰਮੀ ਜੀਵਨ ਜਿਓ Favor will be a shield around you. ਤੇ ਉਹਦੀ ਜਿਹੜੀ ਆਸ਼ੀष ਹੈਗੀ ਏ ਉਹ ਤੁਹਾਡੇ ਚਾਰੋਂ ਤਰਫ ਢਾਲ ਹੋਏਗੀ। Joseph trusted God and was righteous before him. ਪਰ ਯੂਸੁਫ ਨੇ ਪਰਮੇਸ਼ਵਰ ਤੇ ਭਰੋਸਾ ਕੀਤਾ ਤੇ ਪਰਮੇਸ਼ਵਰ ਸਾਹਮਣੇ ਧਰਮੀ ਰਿਹਾ And God gave him mercy and favor. ਤੇ ਪਰਮੇਸ਼ਵਰ ਨੇ ਉਹਦੇ ਤੇ ਅਨੁਗ੍ਰਹਿ ਕੀਤਾ ਤੇ ਉਹਨੂੰ ਆਸ਼ੀਸ਼ ਦਿੱਤੀ। You see how easily the scripture works. ਕਿੰਨੀ ਆਸਾਨੀ ਨਾਲ ਪਰਮੇਸ਼ਵਰ ਦਾ ਵਚਨ ਸਭ ਕੁਝ ਬਿਆਨ But ਕਰਦਾ ਹੈ। we want everything shortcut like microwave. ਪਰ ਅਸੀਂ ਚਾਹੁੰਦੇ ਹਾਂ ਕਿ ਹਰ ਚੀਜ਼ ਤੁਰੰਤ ਹੋ ਜਾਵੇ। We even are impatient with the microwave sometimes, like that. ਅਸੀਂ ਕਈ ਵਾਰੀ ਮਾਈਕ੍ਰੋਵੇਵ ਦੇ ਨਾਲ ਵੀ ਕਾਲੇ ਪੈਂਦੇ ਹਾਂ। We want mercy like this. We want favor like this. Whenever I think, oh, I want this, I'm seeing this government official or I'm seeing this person, oh, Lord, give me favor. It doesn't work like that. ਅਸੀਂ ਜਦੋਂ ਵੀ ਹੁੰਦਾ ਹੈ ਚਾਹੁੰਦੇ ਹਾਂ ਸਾਨੂੰ ਤੁਰੰਤ ਆਪਣਾ ਕੀ ਕਹਿੰਦੇ ਨੇ ਆਸ਼ੀਸ਼ ਮਿਲੇ ਤੇ ਤੁਰੰਤ ਸਾਡੇ ਤੇ ਅਨੁਗ੍ਰਹਿ ਹੋਏ। Favor is a lifestyle of righteousness. ਜਿਹੜੀ ਆਪਣਾ ਅਨੁਗ੍ਰਹਿ ਹੈਗਾ ਪਰਮੇਸ਼ਵਰ ਦਾ ਉਹ ਸਾਡੇ ਧਰਮੀ ਹੋਣ ਦੇ ਜੀਵਨ ਬਿਤਾਨ ਦੇ ਨਾਲ ਮਿਲਦਾ ਹੈ। Trusting God continuously will bring mercy. ਲਗਾਤਾਰ ਜੇ ਪਰਮੇਸ਼ਵਰ ਬਨੇ ਰਹਾਂਗੇ ਤੇ ਪਰਮੇਸ਼ਵਰ ਦੀ ਦਇਆ ਰਹੇਗੀ। You see Genesis 39:22 to 23. ਉਤਪੱਤੀ 39:22-23 You see, the keeper of the prison committed to Joseph's hand all the prisoners that were in the prison, and whatsoever they did there, he was the doer of it. The keeper of the prison looked not to anything that was under his hand, because the Lord was with him, and that he did, the Lord made it to prosper. सो बंदी गृह के दरोगा ने उन सब बंधुओं को जो कारागर में थे यूसुफ के हाथ में सौंप दिया, और जो काम वह वहाँ करते थे वह उसकी आज्ञा से होता था। बंदी गृह के दरोगा के वश में जो कुछ था, क्योंकि उसमें से कोई भी वस्तु देखनी ना पड़ती थी, इसलिए यहोवा ने यूसुफ के साथ था, और जो कुछ वह करता था यहोवा उसको उसमें सफलता देता था। Imagine this was a prison of royal prisoners, not the ordinary guys. ਇਹ ਜਿਹੜੀ ਜੇਲ੍ਹ ਸੀਗੀ ਇਹ ਆਮ ਬੰਦੂਆਂ ਦੀ ਨਹੀਂ ਸੀਗੀ, ਇਹ ਜਿਹੜੇ ਆਪਣਾ ਰਾਜਾ ਨਾਲ ਮਿਲਦੇ ਸੀ ਉਹਨਾਂ ਦੀ ਸੀਗੀ। And royal prisoners are arrogant lot. ਤੇ ਉਹ ਜਿਹੜੇ ਆਪਣਾ ਰਾਇਲ ਕੈਦੀ ਹੁੰਦੇ ਨੇ ਉਹ ਬੜੇ ਘਮੰਡੀ ਹੁੰਦੇ ਨੇ। So, but Joseph had this ability to keep everything running smooth in that prison. ਪਰ ਯੂਸੁਫ ਕੋਲ ਇੰਨੀ ਯੋਗਤਾ ਸੀ ਕਿ ਉਹ ਜੇਲ੍ਹ ਵਿੱਚ ਸਾਰਾ ਕੰਮ ਜਿਹੜਾ ਸੀਗਾ ਉਹ ਆਰਾਮ ਨਾਲ ਹੁੰਦਾ ਸੀ। The biblical definition of prosperity, the Lord is with us. ਤੇ ਜਿਹੜੀ ਰੂਹਾਨੀ ਮਤਲਬ ਹੈਗਾ ਤਰੱਕੀ ਦਾ ਉਹ ਹੈਗਾ ਕਿ ਪਰਮੇਸ਼ਵਰ ਸਾਡੇ ਨਾਲ ਹੈ। God will arrange circumstances to fit his plan. ਪਰਮੇਸ਼ਵਰ ਦੀ ਐਸੇ ਹਾਲਾਤ ਬਣਾਏਗਾ ਕਿ ਉਹਨਾਂ ਦੀ ਯੋਜਨਾ ਪੂਰੀ ਹੋਵੇ। Not our plan, but his plan. ਸਾਡੀ ਯੋਜਨਾ ਨਹੀਂ ਉਹਨਾਂ ਦੀ ਯੋਜਨਾ। That's why sometimes when we go through trials, we don't know why we are going through it. ਇਸ ਕਰਕੇ ਕਈ ਵਾਰ ਜਦੋਂ ਅਸੀਂ ਪ੍ਰੀਖਿਆ ਪੈਂਦੇ ਆ
ਤੇ ਸਾਨੂੰ ਸਮਝ ਨਹੀਂ ਆਉਂਦਾ ਕਿ ਇਹ ਪ੍ਰੀਖਿਆ ਕਿਵੇਂ ਆ ਗਈ। I'm sure Joseph would not have understood why he is languishing or suffering in prison. ਮੇਰਾ ਵਿਸ਼ਵਾਸ ਹੈ ਕਿ ਯੂਸਫ ਨੂੰ ਪਤਾ ਨਹੀਂ ਹੋਏਗਾ ਕਿ ਉਹ ਕਿਉਂ ਜੇਲ੍ਹ ਦੇ ਵਿੱਚ ਸਮੇਂ ਬਿਤਾ ਰਿਹਾ। When he was going through this insulting situation, the dream must have looked like some figment of his imagination. ਤੇ ਜਦੋਂ ਇਹ ਹਾਲਾਤ ਚੋਂ ਨਿਕਲ ਰਿਹਾ ਸੀ, ਉਹਨੂੰ ਲੱਗਦਾ ਸੀ ਵੀ ਜਿਹੜਾ ਉਹਨਾਂ ਸੁਪਨ ਦੇਖਿਆ ਸੀ ਉਹ ਉਹਦੇ ਦਿਮਾਗ ਦਾ ਫਤੂਰ ਸੀ। Now comes the dreams to two of the prisoners. ਹੁਣ ਜਿਹੜਾ ਦੋ ਕੈਦੀਆਂ ਨੇ ਆਪਣਾ ਸੁਪਨ ਦੱਸਿਆ ਉਹਨੂੰ, The chief butler and the chief baker. ਤੇ ਜਿਹੜਾ ਰਸੋਈਆ ਸੀ ਤੇ ਜਿਹੜਾ ਆਪਣਾ ਕੀ ਕਹਿੰਦੇ ਨੇ ਬੇਕਰ ਸੀ। Reading it now, we can sit back and look at it like God orchestrating everything. ਜਦੋਂ ਅਸੀਂ ਉਹਨਾਂ ਨੂੰ ਪੜ੍ਹਦੇ ਹਾਂ ਤੇ ਸਾਨੂੰ ਪਤਾ ਲੱਗਦਾ ਹੈ ਕਿ ਪਰਮੇਸ਼ਵਰ ਨੇ ਕਿਵੇਂ ਇਸ ਯੋਜਨਾ ਨੂੰ ਬਣਾਇਆ ਤੇ ਪੂਰਨ ਕੀਤਾ। If God did for Joseph, He is doing the same thing for you and for me. ਜੋ ਪਰਮੇਸ਼ਵਰ ਨੇ ਯੂਸੁਫ ਨਾਲ ਕੀਤਾ ਉਹ ਤੁਹਾਡੇ ਨਾਲ ਤੇ ਮੇਰੇ ਨਾਲ ਕਰੇਗਾ। After interpreting the dream, he told the chief butler. ਉਹਦੇ ਆਪਣਾ ਸੁਪਨ ਦੇ ਆਪਣਾ ਮਤਲਬ ਦੱਸਦੇ ਹੋਏ ਉਹਨੇ ਬਟਲਰ ਨੂੰ ਕਿਹਾ। Genesis 40:14 and 15. ਉਤਪੱਤੀ 40:14 ਤੇ 15। Think of me when it shall be well with thee, and show kindness, I pray thee, unto me, and make mention of me unto Pharaoh, and bring me out of this house. For indeed I was stolen away out of the land of Hebrews, and here also I have done nothing that they should put me in the dungeon. सो जब तेरा भला हो जाए तब मुझे स्मरण करना, मुझ पर कृपा करके फिरौन से मेरी चर्चा करना, इस घर से मुझे छुड़वा देना, क्योंकि सचमुच इब्रानियों के देश से मुझे चुरा कर ले आए, और यहाँ भी मैंने कोई ऐसा काम नहीं किया जिसके कारण मैं इस कारागार में डाला जाऊँ। I think here Joseph, for a minute, he trusted a human. मेरा ऐसी सोच है कि शायद कुछ समय वास्ते अत्थे यूसुफ ने इंसान ते भरोसा किया। What really happened? क्या सच्चाई हुई? Genesis 40:23. उत्पत्ति 40:23। Yet did not the chief butler remember Joseph, but forgot him. फिर भी पिलानहारे ने प्रधान ने यूसुफ को स्मरण ना रखा, परंतु उससे भूल गया। The Bible is very clear. Cursed is every man that trusteth in man. परमेश्वर का वचन बड़ा साफ है कि श्रापित हो इंसान जेड़ा किसी इंसान ते भरोसा रखता है। Joseph suffered 2 more years. यूसुफ 2 साल होर जेल विच रहा। No hope of getting out. कोई उम्मीद नहीं थी बाहर निकलने दी। Must be very difficult time for Joseph. उनके वास्ते बड़ा औखा समय होएगा। One thing to have done wrong and you being in prison, but he had done nothing wrong. एक गल हुंदी है कि ਅਸੀਂ गलती ਕੀਤੀ ਤੇ ਅਸੀਂ ਜੇਲ੍ਹ ਵਿੱਚ ਗਏ ਹਾਂ, ਪਰ ਉਹਨੇ ਤਾਂ ਕੋਈ ਗਲਤੀ ਨਹੀਂ ਕੀਤੀ। He could see God's mercy. ਉਹ ਪਰਮੇਸ਼ਵਰ ਦੀ ਦਇਆ ਦੇਖ He ਸਕਦਾ could ਸੀ। see His favor. ਉਹਨਾਂ ਦਾ ਅਨੁਗ੍ਰਹਿ ਦੇਖ ਸਕਦਾ He could ਸੀ। see the revelation of interpretation of dreams. ਉਹਨੂੰ ਜਿਹੜੇ ਪ੍ਰਕਾਸ਼ਨ ਹੁੰਦੇ ਸੀ ਸੁਪਨਿਆਂ ਦੇ ਉਹ ਦੇਖਦਾ ਸੀ। Everything working, ਸਭ ਕੁਝ ਹੋ ਰਿਹਾ ਸੀ, but no deliverance from prison. ਪਰ ਜੇਲ੍ਹ ਤੋਂ ਛੁਟਕਾਰਾ ਨਹੀਂ ਸੀ। It's a big lesson for all of us. ਇਹ ਸਾਡੇ ਸਾਰਿਆਂ ਵਾਸਤੇ ਵੱਡਾ ਉਦਾਹਰਣ ਹੈ। It's not necessary just because God blesses us with everything that we are, we are in the plan of God. ਜ਼ਰੂਰੀ ਨਹੀਂ ਹੈ ਜੇ ਪਰਮੇਸ਼ਵਰ ਸਾਨੂੰ ਹਰ ਚੀਜ਼ ਦਾ ਆਸ਼ੀਸ਼ ਦੇ ਰਿਹਾ ਹੈ ਤੇ ਅਸੀਂ ਪਰਮੇਸ਼ਵਰ ਦੀ ਯੋਜਨਾ ਦੇ ਵਿੱਚ ਹੈਗੇ We ਹਾਂ। have to trust Him in spite of everything. ਸਾਨੂੰ ਪਰਮੇਸ਼ਵਰ ਤੇ ਭਰੋਸਾ ਰੱਖਣਾ ਹੈ ਜਿਹੜੇ ਮਰਜ਼ੀ ਹਾਲਾਤ ਹੋਣ। Joseph demonstrated this well. ਯੂਸੁਫ ਨੇ ਇਹਨੂੰ ਸਹੀ ਸਾਬਤ ਕੀਤਾ। Now we come to the last part after the trials. ਹੁਣ ਅਸੀਂ ਆਖਰੀ ਤੀਜੇ ਪੁਆਇੰਟ ਤੇ ਆਨੇ ਆ, ਪ੍ਰੀਖਿਆ ਤੋਂ ਬਾਅਦ। Suddenly, without any warning, God usually does like that. ਅਚਾਨਕ ਬਿਨਾਂ ਕਿਸੇ ਚੇਤਾਵਨੀ ਦੇ ਪਰਮੇਸ਼ਵਰ ਐਸਾ ਕਰਦੇ ਨੇ। Pharaoh had a dream. ਫਿਰ ਉਹਨੂੰ ਇੱਕ ਸੁਪਨ ਆਇਆ, A strange dream. ਅਜੀਬ ਸੁਪਨ। A simple dream, if you ask me. ਮੈਨੂੰ ਪੁੱਛੋ ਤੇ ਬੜਾ ਸਧਾਰਨ ਸੁਪਨ। The dream was about cattle and grain. ਉਹ ਜਿਹੜਾ ਸੁਪਨ ਸੀਗਾ ਉਹ ਮੱਝਾਂ ਬਾਰੇ ਤੇ ਕਣਕ ਦੇ ਆਪਣਾ ਪੌਦੇ ਬਾਰੇ ਸੀ। But all the wise men could not explain it. ਪਰ ਜਿੰਨੇ ਵੀ ਸਿਆਣੇ ਲੋਕ ਸੀਗੇ ਕੋਈ ਵੀ ਉਹਦਾ ਜਵਾਬ ਨਾ ਦੇ ਸਕੇ। All the magicians whom Hollywood makes a big deal about, Egyptian magicians, oh, they are so powerful. They could not explain this simple dream. ਤੇ ਜਿਹੜੇ ਵੱਡੇ ਵੱਡੇ ਉੱਥੇ ਦੇ ਜਾਦੂਗਰ ਸੀਗੇ ਮਿਸਰ ਦੇ, ਉਹਨਾਂ ਨੂੰ ਕੁਝ ਸਮਝ ਨਹੀਂ ਆਈ। It is the way God works. ਇਸ ਤਰ੍ਹਾਂ ਪਰਮੇਸ਼ਵਰ ਕੰਮ ਕਰਦੇ ਨੇ। Isaiah 44:24-25.
ਆਇਜ਼ਇਆ 44 24 ਤੇ 25 Thus said Lord thy Redeemer, and he that formed thee from the womb. I am the Lord that maketh all things, that stretcheth forth the heavens alone, and spreadeth abroad the earth by myself, that frustrateth the tokens of liars, and maketh diviners, these are magicians, mad, and turneth wise men backward, and maketh their knowledge foolish. इज़राइल का परमेश्वर सेनाओं का यहोवा यूँ कहता है कि तुमने और तुम्हारी स्त्रियों ने मन्नतें मांगी और यह कर उन्हें पूरी कर और यह कर कर उन्हें पूरी करते हो कि हमने स्वर्ग की रानी के लिए धूप जलाने और Maybe I printed wrong, brother. Yeah, I was also thinking. Yeah, just see, read Isaiah. Sorry, it's my error. Isaiah 44, 24, 25. I think I put Ezekiel. 44, 24, 25. Yes. नहीं जो नंबर गलत है. Hmm. No, the number is wrong. The 24, 25 is wrong. 44. Oh, 20 44. 44, 25, 25. No, गलत है. हिंदी में तो यही है जो आपने लिखा. Oh, okay. Maybe the translation. Yeah. Anyway, then in 1 Corinthians 1:20, the Bible says, ਪਹਿਲਾ ਕਰੰਥੀਆਂ ਦਾ ਵੀ ਕਹਿੰਦਾ ਹੈ where is the wise? Where is the scribe? Where is the disputer of this world? Hath not God made foolish the wisdom of the world? कहाँ रहा ज्ञानवान, कहाँ रहा शास्त्री, कहाँ रहा इस संसार का विवादी? क्या परमेश्वर ने संसार के ज्ञान को मूर्खता नहीं ठहराया? And 1 Corinthians 2:27, I'm little boasting about God here, so bear with me. But God has chosen the foolish things of the world to confound the wise, and God has chosen the weak things of the world to confound the things which are mighty. परंतु परमेश्वर ने जगत के मूर्खों को चुन लिया कि ज्ञान वालों को लज्जित करे, और परमेश्वर ने जगत के निर्बलों को चुन लिया कि बलवानों को लज्जित करे. God made all the wise men and magicians of Egypt, the greatest country in that time, to look foolish with a simple dream. परमेश्वर ने उस ਵੱਡੇ ਦੇਸ਼ ਦੇ ਜਿਹੜੇ ਵੱਡੇ ਵੱਡੇ ਆਪਣਾ ਜਾਦੂਗਰ ਸੀਗੇ ਉਹਨਾਂ ਨੂੰ ਇੱਕ ਸਧਾਰਨ ਸੁਪਨ ਦੇ ਨਾਲ ਮੂਰਖ ਠਹਿਰਾਇਆ. If we live a life which God wants to live with us, He will do the same thing with you and with me. ਜੇ ਅਸੀਂ ਪਰਮੇਸ਼ਵਰ ਦੀ ਮਰਜ਼ੀ ਦਾ ਜੀਵਨ ਜੀਵਾਂਗੇ ਤੇ ਜੋ ਉਹਨਾਂ ਨੇ ਯੂਸੁਫ ਦੇ ਨਾਲ ਕੀਤਾ ਉਹ ਤੁਹਾਡੇ ਤੇ ਮੇਰੇ ਨਾਲ ਕਰਨਗੇ. If it was a complex dream, then somebody could say it was so difficult for human beings to decipher it. ਜੇ ਕੋਈ ਬੜਾ ਜਟਿਲ ਸੁਪਨ ਹੁੰਦਾ ਤੇ ਅਸੀਂ ਕਹਿ ਸਕਦੇ ਸੀ ਕਿ ਉਹਨਾਂ ਵਾਸਤੇ ਜਾਦੂਗਰਾਂ ਵਾਸਤੇ ਮੁਸ਼ਕਿਲ ਸੀ. But it was about cattle and grain, everyday usage by the Egyptians. ਪਰ ਉਹ ਜਿਹੜਾ ਸੀਗਾ ਮੱਝਾਂ ਤੇ ਅਨਾਜ ਵਾਸਤੇ ਸੀਗਾ ਜਿਹੜਾ ਕਿ ਮਿਸਰੀ ਲੋਕ ਰੋਜ਼ ਦੇਖਦੇ ਸੀ. The dream disturbed Pharaoh very much. ਤੇ ਉਹ ਸੁਪਨ ਨਾਲ ਫਿਰੌਨ ਨੂੰ ਬੜੀ ਪਰੇਸ਼ਾਨੀ He ਹੋਈ. was angry with these magicians and these wise men. ਉਹਨੂੰ ਬੜਾ ਗੁੱਸਾ ਆਇਆ ਆਪਣੇ ਜਾਦੂਗਰ ਤੇ ਸਿਆਣਿਆਂ ਤੇ. Then the chief butler remembered Joseph. ਫਿਰ ਪਿਲਾਨੇ ਹਾਰੇ ਨੂੰ ਯੂਸੁਫ ਯਾਦ ਆਇਆ. Pharaoh called for Joseph. ਤੇ ਫੇਰੋ ਨੇ ਯੂਸੁਫ ਨੂੰ ਬੁਲਾਇਆ. Joseph comes to Pharaoh. ਜੋਸਫ ਆਂਦਾ ਫੇਰੋ ਦੇ ਕੋਲ. Then Pharaoh says, I heard you can interpret dreams. ਤੇ ਫੇਰੋ ਨੂੰ ਕਹਿੰਦਾ ਕਿ ਮੈਨੂੰ ਪਤਾ ਲੱਗਿਆ ਹੈ ਤੂੰ ਸੁਪਨਿਆਂ ਦਾ ਮਤਲਬ ਦੱਸਦਾ ਹੈ. It is, imagine you are here and suddenly the president of America calls you and says, oh, I heard you can interpret dreams. Just imagine the scenario like that. ਆਪਣੇ ਦਿਮਾਗ ਹੀ ਇਹ ਵਾਕਿਆ ਸੋਚੋ ਵੀ ਅਮਰੀਕਾ ਦਾ ਪ੍ਰੈਜ਼ੀਡੈਂਟ ਤੁਹਾਨੂੰ ਬੁਲਾ ਕੇ ਕਵੇ ਕਿ ਮੈਨੂੰ ਪਤਾ ਲੱਗਿਆ ਵੀ ਤੂੰ ਸੁਪਨਿਆਂ ਦਾ ਮਤਲਬ ਦੱਸਣਾ ਹੈ. Joseph answered in Genesis 41:16. Joseph answered Pharaoh saying, it is not in me. God shall give Pharaoh an answer of peace. यूसुफ ने फिरौन से कहा मैं तो कुछ नहीं जानता, परमेश्वर ही फिरौन के लिए शुभ वचन देगा. God is the revealer of dreams, not man. इंसान नहीं कर सकता, परमेश्वर ही स्वप्न का मतलब दसदा है. You see Joseph's heart, it is focused on the glory of God. ਆਪਾਂ ਦੇਖਦੇ ਹਾਂ ਤੇ ਯੂਸੁਫ ਦਾ ਜਿਹੜਾ ਹਿਰਦੇ ਸੀਗਾ ਉਹ ਪਰਮੇਸ਼ਵਰ ਦੀ ਮਹਿਮਾ ਤੇ ਧਿਆਨ ਰੱਖਦਾ ਸੀ. After the interpretation, ਜਵਾਬ ਦੇਣ ਤੋਂ ਬਾਅਦ Pharaoh makes Joseph the prime minister of Egypt. ਤੇ ਉਹਨੇ ਜਦੋਂ ਜਵਾਬ ਦਿੱਤਾ ਫਿਰੌਨ ਨੇ
ਯੂਸੁਫ ਨੂੰ ਉੱਥੇ ਦਾ ਇੱਕ ਪ੍ਰਧਾਨ ਮੰਤਰੀ ਬਣਾਤਾ। In fact, he became the ruler of Egypt. ਉਹ ਸੱਚਾਈ ਐ ਸੀ ਕਿ ਉਹ ਜਿਹੜਾ ਇਜਿਪਟ ਦਾ ਉਹ ਸ਼ਾਸਕ ਬਣ ਗਿਆ। And Joseph got his coat back. ਤੇ ਯੂਸੁਫ ਨੂੰ ਆਪਣਾ ਜਿਹੜਾ ਕੋਟ ਸੀਗਾ ਸਤਰੰਗੇ ਤਰ੍ਹਾਂ ਦਾ ਉਹ ਵਾਪਸ ਮਿਲ ਗਿਆ। Not the multicolored, Yeah. but he got his coat back. ਉਹਨੂੰ ਉਹਦਾ ਕੋਟ ਵਾਪਸ ਮਿਲ ਗਿਆ। The coat was stripped when his trial started. ਜਦੋਂ ਉਹਦੀ ਪ੍ਰੀਖਿਆ ਸ਼ੁਰੂ ਹੋਈ ਤੇ ਉਹਦੇ ਤੋਂ ਕੋਟ ਖੋਲਿਆ ਗਿਆ। And now Genesis 41-42, they gave him a gold chain and a linen coat. ਤੇ ਉਤਪੱਤੀ 41 ਦੇ 42 ਚ ਉਹਦੇ ਹੱਥ 'ਚ ਅੰਗੂਠੀ ਪਾਈ ਗਈ ਤੇ ਉਹਨੂੰ ਮਲਮਲ ਦੇ ਕੱਪੜੇ ਪਹਿਨਾਏ ਗਏ। Pharaoh took off his ring from his hand and put it on Joseph's hand and arrayed him with vestures of fine linen and put a gold chain around his neck. तब फिरौन ने अपने हाथ की अंगूठी निकाल कर यूसुफ के हाथ में पहना दी और उसको बढ़िया मलमल का वस्त्र पहना दिए और गले में सोने की चेन डाल दी। With all the breaking and shaping and everything, Joseph was now fit into the plan of God. Hallelujah. हालेलुया। यूसुफ जड़ा हर जगह ते परेशानी च निकले हैगा हुन इस समय परमेश्वर की योजना पूरी हुई। Joseph was now 30 years old. हुन यूसुफ जड़ा सीगा 30 साल दा सी। 13 years of this journey. 13 साल दा उंदा सफर। Now comes the time when God thinks, yes, I will fulfill the dream of Joseph. ਹੁਣ ਪਰਮੇਸ਼ਰ ਕਹਿੰਦੇ ਨੇ ਕਿ ਇਹ ਸਮੇਂ ਹੈਗਾ ਜਦੋਂ ਜਿਹੜਾ ਸੁਪਨ ਉਹਨੇ ਬਚਪਨ ਹੀ ਦੇਖਿਆ ਸੀ ਉਹ ਹੁਣ ਪੂਰਾ ਹੁੰਦਾ ਹੈ। The dream of Pharaoh was 7 years of plenty, 7 years of famine. ਤੇ ਫੇਰ ਨੂੰ ਜਿਹੜਾ ਸੁਪਨ ਆਇਆ ਸੀ ਕਿ 7 ਸਾਲ ਦਾ ਜਿਹੜਾ ਕਿ ਬਹੁਤ ਅੱਛਾ ਹੋਏਗਾ ਤੇ 7 ਸਾਲ ਅਕਾਲ ਹੋਏਗਾ। 7 years was of famine so bad that it will eat up the 7 years of plenty. ਤੇ 7 ਸਾਲ ਦਾ ਅਕਾਲ ਇੰਨਾ ਭਿਅੰਕਰ ਹੋਏਗਾ ਕਿ ਉਹ 7 ਸਾਲ ਦੀ ਜਿਹੜਾ ਅੱਛਾ ਸਮੇਂ ਸੀਗਾ ਉਹਨੂੰ ਵੀ ਖਾ ਜਾਏਗਾ। 2 years into the famine, Joseph's brothers come to buy grain. ਤੇ ਉਸ ਅਕਾਲ ਦੇ 2 ਸਾਲਾਂ ਦੇ ਸਮੇਂ ਦੇ ਵਿੱਚ ਯੂਸੁਫ ਦੇ ਭਾਈ ਆਏ ਅੰਨ ਲੈਣ ਵਾਸਤੇ। What they do? ਕੀ ਕੀਤਾ? They bow down before him, just like the dream. ਜਿਵੇਂ ਯੂਸੁਫ ਨੇ ਸੁਪਨ ਲਿਆ ਸੀ ਉਸੇ ਤਰ੍ਹਾਂ ਉਹ ਉਹਦੇ ਸਾਹਮਣੇ ਨਤਮਸਤਕ ਹੋਏ। When you go through the trials without complaints, by trusting God, your God's dreams, God's plan for you will be fulfilled in your life. ਜਦੋਂ ਪਰਮੇਸ਼ਵਰ ਦੀ ਪ੍ਰੀਖਿਆ ਵਿੱਚ ਬਿਨਾਂ ਉਲਾਹਨਾ ਦਿੱਤੇ ਪਰਮੇਸ਼ਵਰ ਦੇ ਨਾਲ ਬਨੇ ਰਹਿੰਦੇ ਆ ਤੇ ਪਰਮੇਸ਼ਵਰ ਸਾਡੇ ਸੁਪਨ ਨੂੰ ਪੂਰਾ ਕਰਦੇ ਨੇ। The next 3 chapters, 42, 43, 44, is a test, is a description of the test Joseph puts on his brothers. ਤੇ ਉਤਪੱਤੀ 42, 43, 44 ਉਹ ਦੱਸਦਾ ਹੈਗਾ ਕਿਵੇਂ ਉਹਨੇ ਆਪਣੇ ਭਰਾਵਾਂ ਦੀ ਪ੍ਰੀਖਿਆ ਲਈ। Remember, his brothers have sold him mercilessly to the Midianites. ਆਪਾਂ ਦੇਖਿਆ ਪਹਿਲੇ ਕਿ ਕਿਵੇਂ ਉਹਦੇ ਭਰਾਵਾਂ ਨੇ ਬੇਦਰਦੀ ਨਾਲ ਮੀਡੀਆਨਾਈਟਸ ਨੂੰ ਵੇਚਤਾ ਸੀ। He wanted to test and see what they are now. ਤੇ ਉਹ ਉਹਨਾਂ ਨੂੰ ਪਰਖਣਾ ਚਾਹੁੰਦਾ ਸੀ ਕਿ ਹੁਣ ਉਹ ਕਿਸ ਤਰ੍ਹਾਂ ਹੈਗੇ ਨੇ। So in an elaborate plan, he accuses them of spying, imprisons them. ਤੇ ਆਪਣੀ ਯੋਜਨਾ ਦੌਰਾਨ ਯੂਸੁਫ ਨੇ ਆਪਣੇ ਭਰਾਵਾਂ ਨੂੰ ਕਿਹਾ ਕਿ ਇਹ ਸਪਾਈ ਹੈਗੇ ਨੇ ਤੇ ਜੇਲ੍ਹ ਵਿੱਚ ਪਾਤਾ। Then he says, put Simeon here, go and bring Benjamin. ਤੇ ਉਹਨਾਂ ਨੇ ਕਿਹਾ ਸਿਮੀਨ ਨੂੰ ਉੱਥੇ ਛੋੜ ਦਿਓ ਤੇ ਬੈਂਜਾਮਿਨ ਨੂੰ ਆਪਣੇ ਨਾਲ ਲੈ ਕੇ ਆਓ। This always little bit puzzled me. ਮੈਨੂੰ ਹਮੇਸ਼ਾ ਇਹ ਚੀਜ਼ ਬੜੀ ਅਜੀਬ ਲੱਗਦੀ ਸੀ। Then I understood. ਫਿਰ ਮੈਂ ਸਮਝਿਆ He wanted to make sure that Leah's sons, Bilhah's sons, and Zilpah's sons do not hate Rachel's sons. ਉਹ ਇਹ ਪੱਕਾ ਰੱਖਣਾ ਚਾਹੁੰਦਾ ਸੀ ਕਿ ਲੀਆ ਦੇ ਤੇ ਦੂਸਰੀ ਦੇ ਜਿਹੜੇ ਬੱਚੇ ਹੈਗੇ ਨੇ ਉਹ ਰੇਚਲ ਦੇ ਬੱਚਿਆਂ ਨਾਲ ਬੁਰਾ ਵਿਵਹਾਰ ਤਾਂ ਨਹੀਂ ਕਰਦੇ। Because they were hating him at that time, remember? ਕਿਉਂਕਿ ਸ਼ੁਰੂ ਜੋ ਯੂਸੁਫ ਦੇ ਨਾਲ ਦੋਸ਼ ਰੱਖਦੇ ਸੀ। He made them bring Benjamin ਉਹਨਾਂ ਨੇ ਯੂਸੁਫ ਨੇ ਬੈਂਜਾਮਿਨ ਨੂੰ ਬੁਲਵਾਇਆ and managed to fix him in stealing. ਤੇ ਉਹਨੂੰ ਵੀ ਆਪਣਾ ਚੋਰੀ ਦੇ ਇਲਜ਼ਾਮ ਹੀ ਫਸਾਇਆ। So he said, leave Benjamin, go back home. ਤੇ ਉਹਨੇ ਕਿਹਾ ਵੀ ਬੈਂਜਾਮਿਨ ਨੂੰ ਛੋੜ ਕੇ ਤੁਸੀਂ ਸਾਰੇ ਚਲੇ ਜਾਓ। He wanted to see if they will easily give up Benjamin like they gave him up before. ਉਹ ਇਹ ਦੇਖਣਾ ਚਾਹੁੰਦਾ ਸੀ ਕਿ ਜਿਵੇਂ ਉਹਨਾਂ ਨੇ ਉਹਨੂੰ ਦਾਸ ਦੇ ਬਣਾ ਕੇ ਵੇਚਤਾ ਕਿਧਰੇ ਉਹ ਬੈਂਜਾਮਿਨ ਨਾਲ ਵੀ ਉਹੀ ਤਾਂ ਨਹੀਂ ਕਰਨਾ ਚਾਹੁੰਦੇ। One of the finest speeches I've ever read is by Judah. ਜਿਹੜੀ ਸਭ ਤੋਂ ਅੱਛੀ ਆਪਣਾ ਸਪੀਚ ਮੈਂ ਪੜ੍ਹੀ ਹੈ ਉਹ ਜੂਡਾ ਦੀ ਹੈਗੀ ਹੈ। It is about 36 verses from Genesis 44, 18 to 34.
ਉਹ 18 ਵਰਸ ਹੈਗੇ ਨੇ ਜੈਨੇਸਿਸ ਦੇ ਵਿੱਚ। Genesis 44, 18 to 34. ਜੈਨੇਸਿਸ 44 18 ਤੋਂ ਅੱਗੇ। Judah starts with humility. ਤੇ ਜੂਡਾ ਇੱਕ ਬੜੀ ਦਇਆ ਦੇ ਨਾਲ ਗੱਲ ਕਰਦਾ ਹੈ। It's a completely different Judah from before when he said, let us kill our brother and throw him in the pit. ਹੁਣ ਉਹ ਜੂਡਾ ਜਿਹੜਾ ਹੈਗਾ ਹੈ, ਉਹ ਜੂਡਾ ਤੋਂ ਅਲੱਗ ਹੈ ਜਿਹਨੇ ਕਿਹਾ ਸੀ ਕਿ ਅਸੀਂ ਆਪਣੇ ਭਰਾ ਨੂੰ ਮਾਰ ਕੇ ਗੱਡੇ ਸਿੱਟ ਦਈਏ। Passionately speaks about his father. ਉਹ ਬੜੀ ਇੱਕ ਦਇਆ ਦੇ ਨਾਲ ਆਪਣੇ ਪਿਤਾ ਦਾ ਵਰਣਨ ਕਰਦਾ ਹੈ। Talks about how he was reluctant to let Benjamin go. ਦੱਸਦਾ ਹੈ ਵੀ ਕਿਵੇਂ ਆਪਾਂ ਉਹਦਾ ਪਿਤਾ ਬੈਂਜਾਮਿਨ ਨੂੰ ਜਾਣਾ ਨਹੀਂ ਦੇਣਾ But ਚਾਹੁੰਦਾ because ਸੀ, of the famine, they forced him to send Benjamin with them. ਪਰ ਕਿਉਂਕਿ ਅਕਾਲ ਪੈ ਗਿਆ ਇਸ ਕਰਕੇ ਉਹਨਾਂ ਨੂੰ ਮਜਬੂਰਨ ਬੈਂਜਾਮਿਨ ਨੂੰ ਭੇਜਣਾ ਪਿਆ। In fact, Genesis 44:30, he says, the life of my father is bound in this boy. सो जब से मैं अपने पिता तेरे दास के पास पहुंचूंगा और लड़का संग ना रहेगा, तब उसका प्राण भी इसी पर अटका रहेगा। Benjamin does not return, my father will die. वो कहता है जब बेंजामिन वापस नहीं जाएगा तो मेरा बाप मर जाएगा। Then he does one greater thing. फिर वड्डी का कहता है 33rd verse. 33, He offers himself in the place of Benjamin. वो अपने आप ਨੂੰ ਬੈਂਜਾਮਿਨ ਦੀ ਜਗ੍ਹਾ ਤੇ ਬੰਦੀ ਤੋਂ ਤਿਆਰ ਹੁੰਦਾ ਹੈ। Now therefore I pray thee, let thy servant abide instead of the land as a bondman to my Lord, and let the lad go up with his brethren. सो अब तेरा दास इस लड़के की सन्नति अपने प्रभु का दास होकर रहने की आज्ञा पाए और यह लड़का अपने भाइयों के संग जाने दिया जाए। Joseph knew that his brothers had changed. ਯੂਸੁਫ ਨੂੰ ਇਸ ਗੱਲ ਦਾ ਭਰੋਸਾ ਹੋ ਗਿਆ ਕਿ ਉਹਦੇ ਭਰਾ ਬਦਲ ਗਏ। He reveals himself. ਉਹ ਆਪਣੇ ਆਪ ਨੂੰ ਜ਼ਾਹਰ ਕਰਦਾ ਹੈ। God's plan was to save the world from famine. ਪਰਮੇਸ਼ਵਰ ਦੀ ਯੋਜਨਾ ਸੀ ਕਿ ਸੰਸਾਰ ਨੂੰ ਅਕਾਲ ਤੋਂ ਬਚਾਏ The wisdom to do it was filled in Joseph. ਤੇ ਉਸ ਉਹਨਾਂ ਨੇ ਆਪਣੀ ਬੁੱਧੀ ਦੇ ਜ਼ਰੀਏ ਯੂਸੁਫ ਦੇ ਜ਼ਰੀਏ ਇਹਨੂੰ ਪੂਰਾ ਕੀਤਾ। He took him through trials. ਉਹਨੂੰ ਪ੍ਰੀਖਿਆਵਾਂ ਤੋਂ ਲੈ ਕੇ ਗਿਆ। Joseph feared God enough to trust God. ਤੇ ਯੂਸੁਫ ਕਿਉਂਕਿ ਪਰਮੇਸ਼ਵਰ ਤੋਂ ਡਰਦਾ ਸੀ, ਇਸ ਕਰਕੇ ਉਹਨੇ ਪਰਮੇਸ਼ਵਰ ਤੇ ਭਰੋਸਾ He ਰੱਖਿਆ maintained his integrity through the trial. ਤੇ ਉਹਨੇ ਇਸ ਪ੍ਰੀਖਿਆ ਦੌਰਾਨ ਵਿਸ਼ਵਾਸ ਯੋਗ ਰਿਹਾ। From when he was in prison to when he became prime minister, his integrity was intact. ਤੇ ਭਾਵੇਂ ਉਹ ਜੇਲ੍ਹ ਵਿੱਚ ਸੀਗਾ ਤੇ ਭਾਵੇਂ ਉਹ ਪ੍ਰਧਾਨ ਮੰਤਰੀ ਬਣ ਗਿਆ, ਉਹਦੀ ਜਿਹੜੀ ਵਿਸ਼ਵਾਸ ਯੋਗਤਾ ਸੀ ਉਹ ਪੂਰਨ ਸੀ। When we Christians stand in integrity to God's word, the gates of hell will not stand against us. ਤੇ ਜਦੋਂ ਇਹ ਅਸੀਂ ਮਸੀਹ ਹੋਣ ਦੇ ਨਾਤੇ ਪਰਮੇਸ਼ਵਰ ਦੇ ਗੱਲਾਂ ਦੇ ਵਿੱਚ ਖੜੇ ਰਹਿਣੇ ਹੈਗੇ ਆ ਤੇ ਫਿਰ ਨਰਕ ਦੇ ਫਾਟਕ ਵੀ ਸਾਨੂੰ ਰੋਕ ਨਹੀਂ ਸਕਦੇ। Our trials are precious to God. We'll conclude now. ਅਸੀਂ ਹੁਣ ਅੰਤ ਦੱਸਾਂਗੇ ਕਿ ਸਾਡੀ ਜਿਹੜੀ ਪ੍ਰੀਖਿਆਵਾਂ ਹੈਗੀਆਂ ਨੇ ਉਹ ਪਰਮੇਸ਼ਵਰ ਉਹਨਾਂ ਦਾ ਮੁੱਲ ਪਾਉਂਦੇ ਨੇ। The trials are like the chisel and hammer which a sculptor sees a beautiful statue in a piece of marble. ਤੇ ਜਿਹੜਾ ਸਾਡੀ ਪ੍ਰੀਖਿਆਵਾਂ ਨੇ ਉਸੇ ਤਰ੍ਹਾਂ ਹੈਗਾ ਜਿਵੇਂ ਮਾਰਬਲ ਦੇ ਵੱਡੇ ਜਿਹੜਾ ਪੱਥਰ ਹੁੰਦਾ ਹੈ, ਉਹਦੇ ਕਿਵੇਂ ਹਥੌੜਾ ਦੇ ਛੈਣੀ ਦੇ ਨਾਲ ਇੱਕ ਸੁੰਦਰ ਚਿੱਤਰ ਨਿਕਲ ਕੇ ਬਾਹਰ ਆਉਂਦਾ ਹੈ। Trials are always painful. ਪ੍ਰੀਖਿਆਵਾਂ ਹਮੇਸ਼ਾ ਦੁਖਦਾਈ ਹੁੰਦੀਆਂ ਨੇ। Just like exercise, we sculpt our body with exercise, and it is painful to do exercise. Similarly, trials are painful. ਜਿਵੇਂ ਅਸੀਂ ਆਪਣੇ ਸਰੀਰ ਨੂੰ ਜਦੋਂ ਆਪਣਾ ਐਕਸਰਸਾਈਜ਼ ਪਾਉਂਦੇ ਹਾਂ ਤੇ ਉਹ ਦੁੱਖ ਹੁੰਦਾ ਹੈ, ਉਵੇਂ ਪ੍ਰੀਖਿਆ ਵਿੱਚ ਵੀ ਦੁੱਖ ਹੁੰਦਾ ਹੈ। Joseph trusted God and went through the trials without complaining. ਯੂਸੁਫ ਨੇ ਪਰਮੇਸ਼ਰ ਤੇ ਭਰੋਸਾ ਰੱਖਿਆ ਤੇ ਪ੍ਰੀਖਿਆ ਦੇ ਦੌਰਾਨ ਉਲਾਹਣਾ ਨਹੀਂ ਦਿੱਤੀ। Even if we don't know the plan of God, let us submit to God and trust Him. ਭਾਵੇਂ ਸਾਨੂੰ ਪਰਮੇਸ਼ਵਰ ਦੀ ਯੋਜਨਾ ਦਾ ਪਤਾ ਨਾ ਹੋਏ, ਫਿਰ ਵੀ ਸਾਨੂੰ ਪਰਮੇਸ਼ਵਰ ਤੇ ਭਰੋਸਾ ਰੱਖਣਾ I ਚਾਹੀਦਾ want to read an interesting incident in the life of Charles Spurgeon. ਮੈਂ ਚਾਰਲਸ ਸਪਰਜਨ ਦੇ ਜੀਵਨ ਵਿੱਚ ਇੱਕ ਵਾਕਿਆ ਤੁਹਾਨੂੰ ਸੁਣਾਉਣਾ ਚਾਹੁੰਦਾ। It will sound strange in today's Christian world, ਅੱਜ ਕੱਲ੍ਹ ਦੇ ਮਸੀਹਤ ਸੰਸਾਰ ਵਿੱਚ ਉਹ ਚੀਜ਼ ਅਜੀਬ ਲੱਗੇਗੀ, but it will bring to a conclusion of what I have been talking. ਪਰ ਜੋ ਮੈਂ ਅੱਜ ਹੁਣ ਤੱਕ ਤੁਹਾਨੂੰ ਸੁਣਾ ਰਿਹਾ ਸੀਗਾ ਉਹਦਾ ਨਿਸ਼ਕਰਸ਼ ਕੱਢੇਗਾ। Listen to me. At one time, ਇੱਕ ਸਮੇਂ P.T. Barnum, the head of Barnum and Bailey Circus, ਪੀਟੀ ਬਾਰਨਮ ਜਿਹੜਾ ਪੀਟੀ ਬਾਰਨਮ ਦਾ ਸਰਕਸ ਦਾ ਮਾਲਕ ਸੀ, he invited Charles Spurgeon of London to speak in a large tent of his traveling circus. ਤੇ ਉਹਨੇ ਸਪਰਜਨ ਨੂੰ ਬੁਲਾਇਆ
ਕਿ ਜਿਹੜਾ ਉਹਦੀ ਵੱਡੀ ਸਰਕਸ ਸੀਗੀ ਉਹਦੇ ਟੈਂਟ 'ਚ ਆ ਕੇ ਉੱਥੇ ਲੋਕਾਂ ਨਾਲ ਗੱਲ ਕਰੇ। He made every concession to make the offer attractive to Spurgeon. ਉਹਨੇ ਸਪਰਜਨ ਨੂੰ ਹਰ ਤਰ੍ਹਾਂ ਤੋਂ ਭਰਮਾਇਆ ਕਿ ਇਹ ਜਿਹੜਾ ਉਹਦਾ ਆਣਾ ਹੈਗਾ ਇਹ ਬਿਹਤਰ ਹੈ। He said, Spurgeon, you just have to give the gospel. I can provide you the music group if you don't have. I can provide the tent. I can provide everything for you. ਉਹਨੇ ਕਿਹਾ ਸਪਰਜਨ ਨੂੰ ਵੀ ਤੈਨੂੰ ਸਿਰਫ ਆ ਕੇ ਸੁਸਮਾਚਾਰ ਦੇਣਾ ਹੈ, ਮੈਂ ਬਾਕੀ ਹੋਰ ਜਿਹੜੀ ਤਿਆਰੀ ਕਰਨੀ ਹੁੰਦੀ ਹੈ ਜੇ ਤੇਰੇ ਕੋਲ ਨਹੀਂ ਹੈਗੀ ਤੇ ਮੈਂ ਕਰ ਦਿਆਂਗਾ। You can speak as long as you want or as short as you want. ਤੂੰ ਭਾਵੇਂ ਜਿੰਨਾ ਜ਼ਿਆਦਾ ਕਹਿਣਾ ਚਾਹੇ ਜਾਂ ਘੱਟ ਕਹਿਣਾ ਚਾਹੇ ਕਹਿ ਸਕਦਾ ਹੈ। Barnum Circus will take only the registration fee and we will pay you $1,000 for every speech. ਉਹ ਕਹਿੰਦਾ ਜਿਹੜਾ ਬਾਰਨਮ ਸਰਕਸ ਹੈਗੀ ਏ ਉਹ ਜਿਹੜੇ ਆਣਗੇ ਉਹਦੇ ਵਾਸਤੇ ਉਹਨਾਂ ਕੋਲ ਰਜਿਸਟ੍ਰੇਸ਼ਨ ਫੀ ਲਏਗਾ ਤੇ ਤੈਨੂੰ 1000 ਪਾਉਂਡ ਅਸੀਂ ਹਮੇਸ਼ਾ ਬੋਲਣ ਦਾ ਦੇਵਾਂਗੇ। In Spurgeon's time, 1,000 pounds is today £1 million. That's the that's the value was given. ਉਸ ਸਮੇਂ ਦਾ ਜਿਹੜਾ 1000 ਪਾਉਂਡ ਸੀਗਾ ਅੱਜ ਦੇ ਮਿਲੀਅਨ ਪਾਉਂਡ ਦੇ ਬਰਾਬਰ ਹੈ। People who heard it said, what a wonderful opportunity to reach the gospel. ਲੋਕਾਂ ਨੇ ਜਿਨ੍ਹਾਂ ਨੇ ਸੁਣਿਆ ਉਹਨਾਂ ਨੇ ਕਿਹਾ ਇਹ ਤਾਂ ਇੱਕ ਬੜਾ ਸੁਨਹਿਰਾ ਮੌਕਾ ਹੈਗਾ ਹੈ ਪਰਮੇਸ਼ਰ ਦੇ ਵਚਨ ਨੂੰ ਫੈਲਾਉਣ ਦਾ। But Charles Spurgeon just sent a letter to Barnum. ਪਰ ਚਾਰਲਸ ਸਪਰਜਨ ਨੇ ਬਾਰਨਮ ਨੂੰ ਚਿੱਠੀ ਭੇਜੀ। Listen carefully to what he wrote. ਧਿਆਨ ਨਾਲ ਸੁਣੋ ਕੀ ਲਿਖਿਆ। Thank you for your kind invitation ਉਹ ਕਹਿੰਦਾ ਸ਼ੁਕਰੀਆ ਤੂੰ ਇੱਕ ਬੜਾ ਅੱਛਾ ਮੈਨੂੰ ਇਨਵੀਟੇਸ਼ਨ ਦਿੱਤਾ to speak in your circus tents in America. ਕਿ ਮੈਂ ਤੇਰੇ ਸਰਕਸ ਟੈਂਟ ਅਮਰੀਕਾ ਵਿੱਚ ਆ ਕੇ ਸੰਦੇਸ਼ ਦਿਆਂ। You will find my answer in Acts 13:10. ਤੈਨੂੰ ਮੇਰਾ ਜਵਾਬ ਪ੍ਰੇਰਿਤਾਂ ਦੇ ਕੰਮ 13 ਦੇ 10 ਹੀ ਮਿਲੇਗਾ। Very sincerely yours, Charles Spurgeon. ਤੇਰਾ ਸਿੰਸੀਅਰਲੀ ਚਾਰਲਸ ਸਪਰਜਨ। What does Acts 13:10 say? ਐਕਟਸ 13:10 ਕੀ ਕਹਿੰਦਾ ਹੈ? Oh, full of all subtlety and all mischief, thou child of the devil, thou enemy of all righteousness, wilt thou not cease to pervert the right ways of the Lord? वो कहना है हे सारे कपट और सारी चतुराई से भरे हुए शैतान की संतान, सकल धर्म के बैरी, क्या तू प्रभु के सीधे मार्गों को टेढ़ा करना ना छोड़ेगा। It is sad that all Christians do not have this integrity. ए उदासी दी गल हैगी है कि सारे मसीहा को विश्वास योग्यता नहीं। You see, that circus owner wanted to make money on the gospel. क्योंकि उस सर्कस वाला जेड़ा सीगा उस सुसमाचार दे उत्ते भी पैसे बनाना चाहता सी। Registration fees. रजिस्ट्रेशन फी। That registration fees has now come into the church. ते हुण वो रजिस्ट्रेशन फी जेड़ी हैगी है वो कलीसिया विच आ गई है। Every conference you go, they charge registration fees. जिथे भी असीं कॉन्फ्रेंस जाने आ वो रजिस्ट्रेशन फीस लैंदे ने। I'll leave it with you. मैं तुहाडे ते छोड़ांगा। Like Joseph, keep your integrity. जिवें यूसुफ सीगा उस तरह विश्वास योग्य बने रहो। Let us all see the glory of God. आपां सारा परमेश्वर दी महिमा नूं देखिए। For God, it is not difficult to show himself strong on behalf of whose heart is right before him. परमेश्वर वास्ते मुश्किल नहीं है कि अपना समर्थ उन्हां नूं दिखावे जिन्हां दा दिल परमेश्वर दे नाल सिद्धा हैगा। Let's bow our head, close our eyes. अपनी अखां नूं बंद करांगे, सिरां नूं झुकावांगे। Think about, analyze your lives. इस बारे सोचो ते अपने जीवन दा निरीक्षण करो। What is are we full of integrity and trust in God? क्या ਅਸੀਂ विश्वास योग्य हैं ते परमेश्वर ते भरोसा रखने आ? Does God wants to be with us? क्या परमेश्वर साडे नाल रहना चाहते ने? Yes, he has promised that he will be with us. उन्होंने ने वादा किया कि साडे नाल रहणगे। But the question is, does he delight to be with us? पर सवाल है क्या वो खुश होंगे साडे नाल रहण वास्ते? Do we trust him with all our trials? क्या असी अपनी हर परीक्षा दे बावजूद उन्हां ते भरोसा रखने आ? Do we trust him in the midst of all these trials? जिदों असी परीक्षा निकल रहे होने आ क्या असी उन्हां ते भरोसा रखने आ? Or do we complain? या असी उलाहना देने आ? Just think about it, my dear brothers and sisters. सोचो मेरे भैन Think भराओ, about the life of Joseph. यूसुफ दे जीवन नूं देखो। It is given in scripture to teach us, the Bible says, वचन ही दिता गया कि असी इहदे तो सीखीए, to correct us, to teach us, to train us in the ways of God. सानू समझाण वास्ते, सानू सिखाण वास्ते,
ਸਾਨੂੰ ਚਲਾਉਣ ਵਾਸਤੇ ਪਰਮੇਸ਼ਵਰ ਦੇ ਕੰਮਾਂ ਤੇ। Take the time to spend to speak with God. ਇਹ ਸਮੇਂ ਹੈਗਾ ਹੈ ਜਦੋਂ ਤੁਸੀਂ ਪਰਮੇਸ਼ਵਰ ਨਾਲ ਗੱਲ ਕਰੋ। Ask Him, do you delight to be with me? ਉਹਨਾਂ ਨੂੰ ਪੁੱਛੋ, ਕਿਆ ਤੁਸੀਂ ਮੇਰੇ ਨਾਲ ਰਹਿਣਾ ਪਸੰਦ Or ਕਰਦੇ ਹੋ, He just being there because He promised? ਜਾਂ ਤੁਸੀਂ ਐਸ ਕਰਕੇ ਹੈਗੇ ਹੋ ਕਿਉਂਕਿ ਤੁਹਾਡਾ ਇਹ ਵਾਅਦਾ ਹੈਗਾ। No, because He promised, that's why He is there. ਪਰਮੇਸ਼ਵਰ ਦਾ ਵਾਅਦਾ। ਹਾਂ, Take the time. God is looking for a Christian with integrity. ਪਰਮੇਸ਼ਵਰ ਐਸਾ ਮਸੀਹ ਇਨਸਾਨ ਦੇਖ ਰਿਹਾ ਹੈ ਜਿਹੜਾ ਵਿਸ਼ਵਾਸਯੋਗ ਹੈ। We have too long lived a easy Christianity. ਅਸੀਂ ਬਹੁਤ ਦੇਰ ਤੱਕ ਇੱਕ ਆਰਾਮ ਵਾਲੀ ਮਸੀਹਤ ਜੀਂਦੇ ਰਹੇ That we have forgotten what the faith in Christ is. ਕਿ ਅਸੀਂ ਭੁੱਲ ਗਏ ਕਿ ਪ੍ਰਭੂ ਯਿਸੂ ਮਸੀਹ ਵਿੱਚ ਵਿਸ਼ਵਾਸ ਰੱਖਣ ਦਾ ਕੀ ਮਤਲਬ ਹੈ। Thank you, Father. Take your time to think about it. Loving Father, we thank you for your word. Lord, even in stories we know there is great truth which comes out, Lord, when you open the scripture. We thank you today for opening the scripture. We thank you, Lord, for revealing your desire that our trials are even more precious than gold. Father, we pray that help us to be wise, to understand these trials. Help us, Lord, to the wisdom to differentiate between the trials because of our actions and trials because of what you allow us to go through. And Father, help us to live for your glory. I commit everyone who has heard this message, whether here or online. I pray that it will be a blessing, that their lives will be transformed like how Joseph's life was transformed. That, Lord, it is time we showed the world what God can do to a person who is full of integrity and full of faith. Thank you, Father. We give you glory. In the name of our Lord Jesus, we pray. Amen. Amen. The Lord bless you and keep you. The Lord make his face to shine upon you and be gracious unto you. The Lord lift his countenance upon you and give you peace. In the name of our Lord Jesus. Amen. Amen.